ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਨੂੰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਹੈ। ਅੱਜ ਉਹਨਾਂ ਦੇ ਜੀਵਨ ਬਾਰੇ ਅਤੇ ਬਾਣੀ ਰਹੀ ਉਹਨਾਂ ਸਾਨੂੰ ਕੀ ਸਿੱਖਿਆ ਦਿੱਤੀ, ਇਸ 'ਤੇ ਆਪਾਂ 1 ਘੰਟਾ ਵਿਚਾਰ ਕਰਨੀ ਹੈ। 1534 ਸਨ, ਜਿਹਨੂੰ ਈਸਵੀ ਵੀ ਕਹਿੰਦੇ ਨੇ, ਸਨ ਵੀ ਕਹਿੰਦੇ ਨੇ। 1534 ਸਨ, ਲਾਹੌਰ ਸ਼ਹਿਰ ਦਾ ਇੱਕ ਇਲਾਕਾ ਜਿਹਨੂੰ ਕਹਿੰਦੇ ਚੂਨਾ ਮੰਡੀ, ਜਿਵੇਂ ਪਟਿਆਲੇ ਦਾ ਇਲਾਕਾ ਤ੍ਰਿਪੜੀ, ਇਸ ਤਰ੍ਹਾਂ ਲਾਹੌਰ ਦੇ ਵਿੱਚ ਚੂਨਾ ਮੰਡੀ ਹੈ। ਉੱਥੇ ਸੋਢੀ ਹਰਦਾਸ ਜੀ ਅਤੇ ਬੀਬੀ ਦਇਆ ਕੌਰ ਜੀ ਰਹਿੰਦੇ ਸਨ। ਸੋਢੀ ਹਰਦਾਸ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਘਰ ਚੌਥੇ ਪਾਤਸ਼ਾਹ ਦਾ ਜਨਮ ਹੋਇਆ 1534 ਈਸਵੀ ਨੂੰ। ਸ਼ਹਿਰ ਲਾਹੌਰ, ਇਲਾਕਾ ਚੂਨਾ ਮੰਡੀ। ਪਿਤਾ ਸੋਢੀ ਹਰਦਾਸ, ਮਾਤਾ ਦਇਆ ਕੌਰ ਜੀ। 1534 ਈਸਵੀ ਨੂੰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਜਨਮ ਹੋਇਆ। ਆਪ ਜੀ ਦਾ ਨਾਮ ਰੱਖਿਆ ਜੇਠਾ ਜੀ, ਜਿਵੇਂ ਨਿਕ ਨੇਮ ਹੁੰਦਾ ਹੈ। ਜੇਠਾ ਜੀ ਕਹਿ ਕੇ ਹੀ ਸਾਰੇ ਘਰ ਦੇ ਜੀ ਬੁਲਾਉਂਦੇ ਸਨ, ਇਸ ਲਈ ਉਹ ਗੁਰੂ ਬਣਨ ਤੱਕ ਜੇਠਾ ਜੀ ਕਰਕੇ ਪ੍ਰਸਿੱਧ ਰਹੇ। ਅਜੇ ਕੁਝ ਸਾਲਾਂ ਦੇ ਨੇ, ਪਿਤਾ ਸਵਰਗਵਾਸ ਹੋ ਗਏ। ਮਾਤਾ ਰਹਿ ਗਈ ਹੈ ਅਤੇ ਆਪ ਰਹਿ ਗਏ ਨੇ। ਘਰ ਦਾ ਗੁਜ਼ਾਰਾ ਕਿਵੇਂ ਚੱਲੇ, ਅਜੇ ਆਪ ਜੀ ਛੋਟੇ ਨੇ। ਮਾਤਾ ਨੇ ਕਿਹਾ ਵੀ ਤੂੰ ਨਾ ਘੁੰਗਣੀਆਂ ਵੇਚਿਆ ਕਰ, ਜਿਹਨੂੰ ਆਪਾਂ ਕਾਲੇ ਛੋਲੇ ਕਹਿੰਦੇ, ਕਿ ਕਾਬਲੀ ਛੋਲੇ ਹੁੰਦੇ ਨੇ, ਇਹ ਕਾਲੇ ਛੋਲੇ ਦੇ ਨੇ। ਇਹਨਾਂ ਨੂੰ ਉਬਾਲ ਕੇ ਲੂਣ ਮਿਰਚਾਂ ਲਾ ਕੇ ਉਹਨਾਂ ਨੂੰ ਘੁੰਗਣੀਆਂ ਕਹਿੰਦੇ ਨੇ, ਵੀ ਘੁੰਗਣੀਆਂ ਵੇਚਿਆ ਕਰ, ਤਾਂ ਜੋ ਥੋੜ੍ਹੀ ਬਹੁਤੀ ਆਮਦਨ ਹੋ ਜਾਏ, ਘਰ ਦਾ ਗੁਜ਼ਾਰਾ ਚੱਲੇ। ਮਾਂ ਨੇ ਘੁੰਗਣੀਆਂ ਤਿਆਰ ਕਰਤੀਆਂ ਨੇ, ਛਾਬੇ 'ਚ ਪਾ ਕੇ ਸਿਰ 'ਤੇ ਰੱਖ ਲਈ। ਹੁਣ ਬੱਚਾ ਹੈ, ਹਰ ਕੰਮ ਦਾ ਤਜਰਬਾ ਚਾਹੀਦਾ। ਤੁਸੀਂ ਕੋਈ ਵੀ ਕੰਮ ਕਰਨਾ, ਪਹਿਲਾਂ ਉਹਦੇ ਤੁਹਾਡੇ ਕੋਲ ਤਜਰਬਾ ਹੋਣਾ ਚਾਹੀਦਾ ਹੈ। ਜੇ ਤਜਰਬਾ ਨਾ ਹੋਵੇ ਤਾਂ ਕਈ ਵਾਰੀ ਕੰਮ 'ਚ ਸਫਲਤਾ ਨਹੀਂ ਮਿਲਿਆ ਕਰਦੀ। ਹੁਣ ਬੱਚਾ ਸੰਗਦਾ ਹੈ, ਆਵਾਜ਼ ਵੀ ਨਹੀਂ ਮਾਰਦਾ, ਘੁੰਗਣੀਆਂ ਲੈ ਲਓ, ਘੁੰਗਣੀਆਂ ਲੈ ਲਓ। ਹੁਣ ਜੇ ਤਾਂ ਬੱਚਾ ਗਲੀਆਂ 'ਚ ਕਹੇ ਘੁੰਗਣੀਆਂ ਲੈ ਲਓ, ਘੁੰਗਣੀਆਂ ਲੈ ਲਓ, ਫਿਰ ਤਾਂ ਲੋਕਾਂ ਨੂੰ ਪਤਾ ਲੱਗ ਜਾਏ ਵੀ ਇਹਦੇ ਕੋਲ ਘੁੰਗਣੀਆਂ ਨੇ, ਕੋਈ ਨਾ ਕੋਈ ਖਰੀਦਦਾਰ ਹੋਵੇ। ਸਿਰ 'ਤੇ ਛਾਬਾ ਜ਼ਰੂਰ ਚੱਕਿਆ ਹੋਇਆ, ਪਰ ਹੋਕਾ ਨਹੀਂ ਦੇ ਰਹੇ। ਸ਼ਾਮ ਤੱਕ ਸਿਰਫ 3 ਪੈਸੇ ਦੀਆਂ ਘੁੰਗਣੀਆਂ ਵਿਕੀਆਂ। ਚਲੋ ਉਦੋਂ ਪੈਸੇ ਦੀ ਵੀ ਕੀਮਤ ਹੁੰਦੀ ਸੀ, 3 ਪੈਸੇ ਦੀ ਘੁੰਗਣੀਆਂ ਵਿਕੀਆਂ। ਉੱਧਰ ਸ਼ਾਮ ਹੋ ਚੱਲੀ ਹੈ। ਆਪ ਜੀ ਰਾਵੀ ਦਰਿਆ ਦੇ ਕੰਢੇ ਇੱਕ ਦਰਖਤ ਹੇਠਾਂ ਬੈਠ ਗਏ। ਉੱਧਰ ਇੱਕ ਸਾਧੂਆਂ ਦੀ ਟੋਲੀ ਆ ਗਈ। ਉਹਨਾਂ ਰਾਵੀ 'ਚ ਇਸ਼ਨਾਨ ਕੀਤਾ ਹੈ। ਜਿਹੜਾ ਸਾਧੂਆਂ ਦਾ ਮੁਖੀਆ ਸੀ, ਉਹ ਆਪਣੇ ਚੇਲਿਆਂ ਨੂੰ ਕਹਿੰਦਾ ਵੀ ਭੁੱਖ ਲੱਗੀ ਹੈ, ਦੇਖੋ ਨੇੜੇ ਤੇੜੇ ਕੁਝ ਖਾਣ ਨੂੰ ਹੈ। ਇੱਕ ਸਾਧੂ ਨੂੰ ਦੇਖਿਆ ਵੀ ਉਹ ਲੜਕਾ ਬੈਠਾ ਹੈ ਛਿਕੂ ਲੈ ਕੇ, ਉਹਦੇ ਕੋਲ ਕੁਛ ਨਾ ਕੁਛ ਹੋਵੇਗਾ। ਉਹ ਆਏ, ਕਹਿੰਦੇ ਕਾਕਾ ਤੇਰੇ ਕੋਲ ਕੀ ਹੈ? ਕਹਿੰਦੇ ਮੇਰੇ ਕੋਲ ਘੁੰਗਣੀਆਂ ਨੇ। ਉਹ ਸਾਧੂ ਕਹਿੰਦਾ ਵੀ ਦੇਖੋ ਕਾਕਾ, ਅਸੀਂ ਤਾਂ ਬੇਹੰਗਮ ਸਾਧੂ ਹੁੰਦੇ ਹਾਂ,
ਅਸੀਂ ਇੱਕ ਥਾਂ 'ਤੇ ਟਿੱਕੇ ਨਹੀਂ ਰਹਿੰਦੇ, ਕਦੇ ਕਿਤੇ ਕਦੇ ਕਿਤੇ। ਸਾਡੇ ਕੋਲ ਪੈਸਾ ਵੀ ਕੋਈ ਨਹੀਂ ਹੁੰਦਾ, ਅਸੀਂ ਨਾਲ ਪੈਸਾ ਨਹੀਂ ਚੱਕਦੇ ਕੋਈ। ਜਿੱਥੇ ਕਿਤੇ ਠਹਿਰਦੇ ਹਾਂ ਉੱਥੇ ਘਰਾਂ 'ਚ ਮੰਗ ਕੇ ਖਾ ਲੈਂਦੇ ਹਾਂ। ਅਤੇ ਸਾਨੂੰ ਲੱਗੀ ਭੁੱਖ, ਜੇ ਤੂੰ ਮੁਫਤ ਖਵਾ ਸਕਦਾ ਤਾਂ ਸਾਨੂੰ ਖਵਾ ਦੇ। ਭਾਈ ਜੇਠਾ ਜੀ ਦੇ ਮਨ 'ਚ ਪਤਾ ਨਹੀਂ ਕੀ ਆਇਆ, ਵੀ ਉਂਝ ਵੀ ਦਿਨ ਛਿਪ ਚੱਲਿਆ, ਰਾਤ ਨੂੰ ਇਹਨਾਂ ਨੇ ਖਰਾਬ ਹੋ ਜਾਣੇ, ਸਵੇਰੇ ਕੰਮ ਨਹੀਂ ਆਉਣੀਆਂ। ਚਲੋ ਕਹਿੰਦੀ ਕੋਈ ਨਹੀਂ। ਉਹ ਜਿੱਥੇ ਸਾਧੂ ਬੈਠੇ ਸਨ ਉੱਥੇ ਆਪਣਾ ਛਾਬਾ ਲੈ ਕੇ ਆ ਗਏ। ਸਾਰਿਆਂ ਨੇ ਘੁੰਗਣੀਆਂ ਖਾਧੀਆਂ। ਵੱਡੇ ਸਾਧੂ ਨੇ ਦੇਖਿਆ ਬੱਚੇ ਵੱਲ, ਭਵਿੱਖਬਾਣੀ ਕਰ ਰਿਹਾ ਸਾ ਵੱਡਾ ਸਾਧੂ। ਇੱਕ ਹੁੰਦਾ ਵਰ ਦੇਣਾ, ਇੱਕ ਹੁੰਦਾ ਭਵਿੱਖਬਾਣੀ ਕਰਨਾ। ਭਵਿੱਖਬਾਣੀ ਦਾ ਇਹ ਵੀ ਭਾਈ ਤੇਰੀ ਆਹ ਕਿਸਮਤ ਹੈ, ਤੂੰ ਵੱਡਾ ਹੋ ਕੇ ਆਹ ਕੁਛ ਕਰੇਂਗਾ। ਇੱਕ ਹੈ ਵੀ ਜੇ ਕੋਈ ਚਲਾ ਜਾਏ, ਉਹਦੇ ਘਰ ਬੱਚਾ ਨਹੀਂ ਹੋ ਰਿਹਾ, ਉਹ ਸਾਧੂ ਨੂੰ ਵਰ ਦੇ ਦਿੰਦੇ ਨੇ, ਅੱਛਾ ਭਾਈ ਤੇਰੇ ਘਰ ਬੱਚਾ ਹੋਵੇ। ਹੈ ਨਹੀਂ ਭਾਗਾਂ 'ਚ, ਪਰ ਵਰ ਦਿੱਤਾ। ਉਹ ਸਾਧੂ ਨੇ ਭਵਿੱਖਬਾਣੀ ਕੀਤੀ, ਕਹਿੰਦੇ ਕਾਕਾ ਤੇਰਾ ਵਿਆਹ ਨਾ ਬਹੁਤ ਵੱਡੇ ਘਰ 'ਚ ਹੋਵੇਗਾ, ਬਹੁਤ ਅਮੀਰ ਘਰ 'ਚ ਹੋਵੇਗਾ, ਤੂੰ ਬਹੁਤ ਵੱਡਾ ਸਾਧੂ ਬਣੇਗਾ, ਤੈਨੂੰ ਦੁਨੀਆ ਪੂਜਿਆ ਕਰੇਗੀ, ਤੇਰਾ ਬੜਾ ਆਦਰ ਮਾਣ ਹੋਵੇਗਾ। ਇਸ ਤਰ੍ਹਾਂ ਭਵਿੱਖਬਾਣੀ ਕਰਦੇ। ਬੱਚਾ ਖਾਲੀ ਛਾਬਾ ਲੈ ਕੇ ਘਰ ਆ ਗਿਆ। ਮਾਂ ਪੁੱਛਦੀ, ਪੁੱਤ ਕਿੰਨੇ ਦੀਆਂ ਘੁੰਗਣੀਆਂ ਵੇਚੀਆਂ? ਕਹਿੰਦੇ ਮਾਤਾ ਜੀ 3 ਪੈਸੇ ਦੀਆਂ ਨਗਦ, ਬਾਕੀ ਉਧਾਰ। ਮਾਂ ਕਹਿੰਦੀ ਪੁੱਤ ਆਪਾਂ ਗਰੀਬ ਹਾਂ, ਸਸਤੀਆਂ ਭਾਵੇਂ ਵੇਚ ਦਿਆ ਕਰ, ਪਰ ਉਧਾਰ ਨਾ ਵੇਚਿਆ ਕਰ। ਬੱਚੇ ਨੇ ਇਹ ਨਹੀਂ ਦੱਸਿਆ ਮਾਂ ਨੂੰ ਵੀ ਸਾਧੂਆਂ ਨਾਲ ਆਹ ਗੱਲਬਾਤ ਹੋਈ ਹੈ, ਇਹਨੇ ਕਿਹਾ ਵੀ ਬਾਕੀ ਉਧਾਰ। ਮਾਂ ਆਪਣੀ ਥਾਂ 'ਤੇ ਠੀਕ ਸੀ ਵੀ ਹੁਣ ਤੂੰ ਪਹਿਲੇ ਦਿਨ ਹੀ ਉਧਾਰ ਦੇ ਆਏ, ਪਤਾ ਨਹੀਂ ਵਾਪਸ ਆਉਣਗੇ ਪੈਸੇ ਕਿ ਨਹੀਂ ਆਉਣਗੇ। ਵੀ ਆਪਾਂ ਤਾਂ ਗਰੀਬ ਹਾਂ, ਰੋਜ਼ ਦਾ ਰੋਜ਼ ਗੁਜ਼ਾਰਾ ਕਰਨ ਵਾਲੇ ਹਾਂ, ਵੀ ਅੱਗੇ ਤੋਂ ਨਾ ਸਸਤੀਆਂ ਭਾਵੇਂ ਵੇਚ ਦਿਆ ਕਰ, ਉਧਾਰ ਨਾ ਵੇਚਿਆ ਕਰ। ਕੁਝ ਸਾਲਾਂ ਬਾਅਦ ਮਾਤਾ ਵੀ ਸਵਰਗਵਾਸ ਹੋ ਗਈ। ਹੁਣ ਬੱਚਾ ਅਨਾਥ ਹੋ ਗਿਆ। ਪਹਿਲਾਂ ਪਿਤਾ ਸਵਰਗਵਾਸ ਹੋ ਗਿਆ, ਫਿਰ ਮਾਤਾ ਸਵਰਗਵਾਸ ਹੋ ਗਈ। ਆਪ ਦੀ ਨਾਨੀ ਜਿਹੜੀ ਹੈ ਉਹ ਬਾਸਰ ਕੇ ਪਿੰਡ 'ਚ ਰਹਿੰਦੇ ਸੀ। ਗੁਰੂ ਅਮਰਦਾਸ ਜੀ ਮਹਾਰਾਜ ਦਾ ਪਿੰਡ ਬਾਸਰ ਕੇ ਸੀ। ਨਾਨੀ ਜਿਹੜੀ ਹੈ ਆਪਣੇ ਇਹ ਦੋਹਤੇ ਨੂੰ ਲੈ ਕੇ ਬਾਸਰ ਕੇ ਆ ਗਈ ਹੈ। ਉੱਥੇ ਵੀ ਘੁੰਗਣੀਆਂ ਵੇਚਣ ਦਾ ਆਪ ਜੀ ਨੇ ਕੰਮ ਸ਼ੁਰੂ ਕਰਤਾ। ਗੁਰੂ ਅਮਰਦਾਸ ਮਹਾਰਾਜ ਨੇ ਗੋਇੰਦਵਾਲ ਵਸਾਇਆ ਸੀ। ਉਹਨੇ ਬਾਸਰਕੇ ਦੇ ਪਿੰਡ ਨੇ ਆਪਣੇ ਕਿਹਾ ਰਿਸ਼ਤੇਦਾਰਾਂ ਨੂੰ, ਹੋਰ ਪਿੰਡ ਦੋਸਤ ਮਿੱਤਰ ਜਿਹੜੇ ਸਨ ਪਿੰਡ 'ਚ, ਕਿ ਭਾਈ ਅਸੀਂ ਨਵਾਂ ਨਗਰ ਵਸਾਇਆ, ਤੁਹਾਡੇ ਜੇ ਕਿਸੇ ਨੂੰ ਉੱਥੇ ਆ ਕੇ ਦੁਕਾਨ ਪਾਣੀ ਹੋਵੇ, ਰਹਿਣਾ ਹੋਵੇ, ਆ ਕੇ ਰਹੋ, ਜ਼ਮੀਨ ਤੁਹਾਨੂੰ ਮੁਫਤ ਮਿਲੇਗੀ ਉੱਥੇ, ਅਤੇ ਆ ਕੇ ਤੁਸੀਂ ਉੱਥੇ ਰਹੋ। ਇਸ ਲਈ ਬਹੁਤ ਸਾਰੇ ਪਰਿਵਾਰ ਬਾਸਰ ਕੇ ਪਿੰਡ ਤੋਂ ਉੱਠ ਕੇ ਗੋਇੰਦਵਾਲ ਸਾਹਿਬ ਆ ਗਏ ਸਨ। ਹੁਣ ਕਿਉਂਕਿ ਆਪ ਜੀ ਦੀ ਨਾਨੀ ਬਾਸਰ ਕੇ ਦੀ ਸੀ, ਇਸ ਲਈ ਗੁਰੂ ਅਮਰਦਾਸ ਮਹਾਰਾਜ ਨੂੰ ਜਾਣਦੇ ਸੀ ਅਤੇ ਗੁਰੂ ਅਮਰਦਾਸ ਜੀ ਉਹਨੂੰ ਜਾਣਦੇ ਸਨ। ਇਸ ਲਈ ਆਪ ਦੀ ਨਾਨੀ ਆਪ ਜੀ ਨੂੰ ਲੈ ਕੇ ਗੋਇੰਦਵਾਲ ਸਾਹਿਬ ਆ ਗਏ। ਗੁਰੂ ਮਹਾਰਾਜ ਨਾਲ ਮੇਲ ਹੋਇਆ। ਆਪ ਜੀ ਨੇ ਘੁੰਗਣੀਆਂ ਵੇਚਣ ਦਾ ਇੱਥੇ ਵੀ ਕੰਮ ਸ਼ੁਰੂ ਕਰਤਾ। ਜਿਹੜਾ ਸਮਾਂ ਬਚਦਾ ਹੈ ਉਹ ਲੰਗਰ 'ਚ ਸੇਵਾ ਕਰਦੇ ਨੇ ਜਾਂ ਸਿਮਰਨ ਕਰਦੇ ਨੇ। ਗੁਰੂ ਘਰ ਦੀ ਸੇਵਾ ਕਰਦੇ ਨੇ, ਸਿਮਰਨ ਕਰਦੇ ਨੇ,
ਘੁੰਗਣੀਆਂ ਵੇਚ ਕੇ ਨਾਨੀ ਤੇ ਦੋਹਤਾ ਗੁਜ਼ਾਰਾ ਕਰਦੇ ਨੇ। ਇਸ ਤਰ੍ਹਾਂ ਕਰਦਿਆਂ ਕਰਦਿਆਂ 18 ਸਾਲ ਦੀ ਉਮਰ ਹੋ ਗਈ, ਜਵਾਨ ਹੋ ਗਏ। ਖੱਤਰੀ ਸਨ, ਸੋਢੀ ਸਨ, ਸੋਹਣੇ ਸੁਨੱਖੇ ਸਨ, ਭਰਵਾਂ ਸਰੀਰ ਸੀ, ਬਹੁਤ ਸੋਹਣੇ ਜਵਾਨ ਸਨ। ਗਲੀ ਦੇ ਵਿੱਚ ਹੋਕਾ ਦੇ ਰਹੇ ਨੇ ਵੀ ਘੁੰਗਣੀਆਂ ਲੈ ਲਓ। ਗੁਰੂ ਅਮਰਦਾਸ ਮਹਾਰਾਜ ਤੇ ਉਹਨਾਂ ਦੇ ਮਹਿਲ, ਜਿਹਨੂੰ ਸਪਤਨੀ ਕਹਿੰਦੇ ਨੇ, ਸਿੱਖ ਧਰਮ 'ਚ ਸਪਤਨੀ ਨੂੰ ਮਹਿਲ ਕਹਿੰਦੇ, ਗੁਰੂ ਦੇ ਮਹਿਲ। ਉਹ ਕੁਦਰਤੀ ਬੈਠੇ ਨੇ ਤੇ ਗੱਲਾਂ ਕਰ ਰਹੇ ਨੇ ਵੀ ਆਪਣੀ ਜਿਹੜੀ ਧੀ ਭਾਨੀ ਹੈ, ਇਹ ਜਵਾਨ ਹੋ ਗਈ ਹੈ, ਇਹਦੇ ਲਈ ਕੋਈ ਵਰ ਲੱਭਣਾ ਚਾਹੀਦਾ। ਇੰਨੇ ਚਿਰ ਨੂੰ ਭਾਈ ਜੇਠਾ ਜੀ ਬੂਹੇ ਅੱਗੇ ਲੰਘ ਰਹੇ ਨੇ, ਕਹਿੰਦੇ ਘੁੰਗਣੀਆਂ ਲੈ ਲਓ। ਜਿਹੜੇ ਤੀਸਰੇ ਪਾਤਸ਼ਾਹ ਦੀ ਸਪਤਨੀ ਸਨ, ਉਹ ਕਹਿੰਦੇ ਬਈ ਭਾਨੀ ਲਈ ਨਾ ਇਹੋ ਜਿਹਾ ਮੁੰਡਾ ਵਰ ਦੇ ਤੌਰ 'ਤੇ ਚਾਹੀਦਾ, ਇਹੋ ਜਿਹਾ। ਤੀਸਰੇ ਪਾਤਸ਼ਾਹ ਕਹਿੰਦੇ ਵੀ ਇਹੋ ਜਿਹਾ ਤਾਂ ਫਿਰ ਇਹੀ ਹੈ, ਦੋ ਤਾਂ ਇੱਕੋ ਜਿਹੇ ਹੁੰਦੇ ਕੋਈ ਨਹੀਂ, ਵੀ ਇਹੋ ਜਿਹਾ ਤਾਂ ਫਿਰ ਇਹੀ ਹੈ। ਫੈਸਲਾ ਕਰ ਲਿਆ ਦੋਨਾਂ ਨੇ ਵੀ ਇਸ ਨਾਲ ਆਪਾਂ ਆਪਣੀ ਲੜਕੀ ਦੀ ਸ਼ਾਦੀ ਕਰ ਦਈਏ। ਗੁਰੂ ਮਹਾਰਾਜ ਨੇ ਬੁਲਾਇਆ ਭਾਈ ਜੇਠਾ ਜੀ ਨੂੰ, ਪੁੱਛਿਆ ਵੀ ਕਾਕਾ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ? ਉਹਨੇ ਦੱਸਿਆ ਜੀ ਹੈ ਤਾਂ ਮੈਂ ਲਾਹੌਰ ਦੇ ਚੂਨਾ ਮੰਡੀ ਦੇ ਰਹਿਣ ਵਾਲਾ, ਪਰ ਛੋਟੀ ਉਮਰ 'ਚ ਮੇਰੇ ਪਿਤਾ ਜੀ ਸਵਰਗਵਾਸ ਹੋ ਗਏ, ਫਿਰ ਛੋਟੀ ਉਮਰ 'ਚ ਮੇਰੇ ਮਾਤਾ ਜੀ ਵੀ ਸਵਰਗਵਾਸ ਹੋ ਗਏ, ਫਿਰ ਮੇਰੀ ਨਾਨੀ ਜਿਹੜੀ ਹੈ ਉਹ ਮੈਨੂੰ ਬਾਸਰ ਕੇ ਲੈ ਆਈ, ਬਾਸਰ ਕੇ ਤੋਂ ਇੱਥੇ ਤੁਹਾਡੇ ਕੋਲ ਗੋਇੰਦਵਾਲ ਸਾਹਿਬ ਲੈ ਆਈ ਹੈ। ਮੈਂ ਤੇ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦਾ, ਬਾਕੀ ਜਿਹੜਾ ਮੇਰੇ ਕੋਲ ਸਮਾਂ ਹੁੰਦਾ ਗੁਰੂ ਘਰ ਦੀ ਸੇਵਾ ਕਰਦਾ। ਕਹਿੰਦੇ ਅੱਛਾ, ਕੱਲ੍ਹ ਨੂੰ ਆਪਣੀ ਨਾਨੀ ਨੂੰ ਲੈ ਕੇ ਆਈ। ਨਾਨੀ ਨਾਲ ਗੱਲਬਾਤ ਹੋਈ ਹੈ। ਗੁਰੂ ਮਹਾਰਾਜ ਕਹਿੰਦੇ ਸਾਨੂੰ ਇਹ ਲੜਕਾ ਪਸੰਦ ਹੈ, ਅਸੀਂ ਆਪਣੀ ਲੜਕੀ ਦੀ ਸ਼ਾਦੀ ਇਹਦੇ ਨਾਲ ਕਰਨੀ ਹੈ। ਸਿਆਣੇ ਕਹਿੰਦੇ ਨੇ ਅੰਨੇ ਨੂੰ ਕੀ ਚਾਹੀਦੀਆਂ ਦੋ ਅੱਖਾਂ। ਬੱਚਾ ਅਨਾਥ ਹੈ, ਨਾਨੀ ਬਜ਼ੁਰਗ ਹੈ, ਇੱਕ ਅਨਾਥ ਬੱਚੇ ਦਾ ਰਿਸ਼ਤਾ ਗੁਰੂ ਘਰ ਨਾਲ ਹੋ ਰਿਹਾ ਹੈ। ਹਾਰ ਕਾ ਤੀਸਰੇ ਪਾਤਸ਼ਾਹ ਦੀ ਧੀ ਹੈ ਬੀਬੀ ਭਾਨੀ ਜੀ, ਇੱਕ ਗਰੀਬ ਘਰ ਦਾ ਲੜਕਾ ਹੈ, ਉਹਦੀ ਸ਼ਾਦੀ ਇੱਕ ਬਹੁਤ ਅਮੀਰ ਘਰ ਨਾਲ ਹੋ ਰਹੀ ਹੈ। ਤਾਂ ਨਾਨੀ ਨੂੰ ਖੁਸ਼ੀ ਹੋਈ ਹੈ, ਉਹਨਾਂ ਨੇ ਹਾਂ ਕਰਤੀ ਹੈ। ਸੋ 18 ਸਾਲ ਦੀ ਉਮਰ 'ਚ ਆਪ ਜੀ ਦੀ ਸ਼ਾਦੀ ਤੀਸਰੇ ਪਾਤਸ਼ਾਹ ਦੀ ਸਪੁੱਤਰੀ ਬੀਬੀ ਭਾਨੀ ਨਾਲ ਹੋ ਗਈ ਹੈ। ਹਿੰਦੂਆਂ ਦੇ 18 ਪੁਰਾਣ ਨੇ, ਉਸ 'ਚੋਂ ਇੱਕ ਹੈ ਭਵਿਸ਼ਯ ਪੁਰਾਣ, ਪੰਜਾਬੀ ਕਹਿੰਦੇ ਭਵਿੱਖਤ ਪੁਰਾਣ, ਹਿੰਦੀ ਕਹਿੰਦੇ ਭਵਿਸ਼ਯ, ਫਿਊਚਰ ਜਿਹਨੂੰ ਕਹਿੰਦੇ। ਉਸ ਦੇ ਵਿੱਚ ਹਜ਼ਾਰਾਂ ਸਾਲ ਪਹਿਲਾਂ ਲਿਖ ਦਿੱਤਾ ਗਿਆ ਕਿ ਇੱਕ ਬੀਬੀ ਭਾਨੀ ਹੋਵੇਗੀ, ਜਿਹਦਾ ਪਿਤਾ ਗੁਰੂ ਹੋਵੇਗਾ, ਜਿਸ ਦਾ ਪਤੀ ਗੁਰੂ ਹੋਵੇਗਾ, ਜਿਸ ਦਾ ਪੁੱਤਰ ਗੁਰੂ ਹੋਵੇਗਾ, ਜਿਸ ਦਾ ਪੋਤਰਾ ਗੁਰੂ ਹੋਵੇਗਾ। ਇਹ ਪਹਿਲੇ ਲਿਖਿਆ ਸੀ, ਭਵਿੱਖਬਾਣੀ ਕੀਤੀ ਨਾ। ਪੁਰਾਣ ਦਾ ਨਾਂ ਹੀ ਭਵਿਸ਼ਯ ਪੁਰਾਣ। ਜਿਵੇਂ ਭਵਿਸ਼ਯ ਪੁਰਾਣ 'ਚ ਇਹ ਵੀ ਲਿਖਿਆ ਹੋਇਆ ਕਿ ਇੱਕ ਗੁਰੂ ਗੋਬਿੰਦ ਸਿੰਘ ਹੋਵੇਗਾ, ਉਹਦਾ ਪੁੱਤਰ ਖਾਲਸਾ ਹੋਵੇਗਾ, ਵੀ ਲਿਖਿਆ। ਕਈ ਵਾਰੀ ਮੈਂ ਸੋਚਦਾ ਵੀ ਇਹ ਸਭ ਕੁਛ ਪਹਿਲਾਂ ਹੀ ਲਿਖਿਆ ਹੋਇਆ ਹੈ। ਮਨੁੱਖ ਐਵੇਂ ਚਿੰਤਾ ਕਰਦਾ ਰਹਿੰਦਾ ਕਿ ਮੇਰੇ ਨਾਲ ਕੱਲ੍ਹ ਨੂੰ ਕੀ ਵਾਪਰੇਗਾ। ਜੋ ਤੇਰੇ ਨਾਲ ਹੋਣਾ ਉਹ ਤਾਂ ਪਹਿਲਾਂ ਹੀ ਲਿਖਿਆ ਹੋਇਆ ਹੈ, ਉਹ ਤਾਂ ਪਹਿਲਾਂ ਲਿਖਿਆ ਹੋਇਆ।
स्वामी राम जी होए ने, वो कहते भी मैं अपने गुरु नाल, वो गुरु नूं स्वामी कहते, पहाड़ां ते रहा करदा सी। उदों आज़ादी दा पूरा जोर से मंगण ते भी आज़ादी चाहिए है। ये 1945 की गल है। कहते मैं अपने गुरु नूं कहा भी गुरु जी की इत्थे पहाड़ां च बैठे राम राम कर रहे हैं, मैनू आग्ञा दिओ मैं भी आज़ादी दे विच कोई हिस्सा पावां, जिहड़ा संघर्ष चल रहा आज़ादी लई। कहते मेरा गुरु मेरा स्वामी कहता राम तेरा काम ये नहीं है, तेरा काम राम राम करना ते कराउणा है। जिन्हां दी ड्यूटी आज़ादी लई परमात्मा ने लाई हो आज़ादी मंग रहे हैं, तेरी ड्यूटी नहीं है। बाकी आज़ादी तो 15 अगस्त 1947 ਨੂੰ देश ने आज़ाद हो जाना। 1945 ਦੇ ਵਿੱਚ स्वामी राम जी का गुरु भविष्यवाणी कर रहा है कि 15 अगस्त 1947 ਨੂੰ देश आज़ाद हो जाने। कहते असी पहाड़ों ते रहिंदे सी, उत्थे ना कोई दिन का पता ना कोई साल का पता। 2 साल बाद मैं अचानक पहाड़ तो हेठां नूं आ रहा, एक बंदा पहाड़ नूं उपर नूं चढ़ रहा। उन्हें मेरा सत्कार किया पहरावा वेख के। मैंने पूछा भी किहड़ा साल है? कहते 1947। कहते मैं पूछना किहड़ा महीना है? कहता अगस्त। मैं उन्हें पूछा भी किहड़ी तरीक है? कहता 16 अगस्त। मैं देश आज़ाद हो गया? हाँ कहता कल आज़ाद हो गया। देखो पहले सब कुछ लिखा हुआ है, पहले ही लिखा भी हिंदुस्तान 15 अगस्त 1947 आज़ाद होगा, पहले ही लिखा हुआ है। पहला लिखा ताही वाले ने भविष्यवाणी की ना साधुआं ने। एक तो गल हो गई ना पूरी भी बहुत वड्डे ते वीर घर विच तेरा विआह होवेगा, शादी हो गई है। आप जी ने गुरु घर की सेवा शुरू कर दी है, लंगर की सेवा करते हैं, झूठे बर्तन मांजन की सेवा कर। ये नहीं कि मैं जवाई भाई हाँ, मैं हुणे क्यों सेवा करूं। जिन्हां लोगों ने महान बनना होंदा ना, उन्हां च हौमे नहीं होंदे। धार्मिक पॉइंट तो जिन्हां ने महान होना हुंदा उन्हां दे अंदर हौमे नहीं हुंदे, ते जिहदे अंदर हौमे होवे वो महान नहीं होया करदा। कोई हौमे नहीं अंदर कि मैं जुआई भाई है। उसते झूठे बर्तन मांजण की सेवा करते हैं, लंगर वरताउण की सेवा करते हैं, भजन बंदगी करते हैं। समा पा के आप जी के घर 3 साहिबजादे होए। गुरुआं दे पुत्रां नूं साहिबजादे कहा जाता। सब तो पहले बाबा पृथ्वी चंद जी होए, दूसरे बाबा महादेव जी होए, ते तीसरे गुरु अर्जन देव महाराज होए। एक बारी आप जी झूठे बर्तन मांज रहे लंगर दे, लाहौरों संगत आई है, हरिद्वार जा रही है कुंभ के मेले ते। उन्हें सोचा भी चलो राह च गोविंदवाल साहब पैंदा है, आपां जेठा जी नूं मिल चलीए। पता लग्या भी उन्हां दा जिहड़ा विआह है तीसरे पातशाह दी सपुत्री नाल हो गया है। मिलते चलते छोटी सन सारे। जदों आए अगों जिहड़ा जेठा जी झूठे बर्तन मांज रहे ने, वो कह दो ये की करदा है? तू गुरुआं घर दा जुआई है, तू ऐसे झूठे बर्तन मांज रहा है, तेन शर्म नहीं आती है, तू सोडी खानदान दा है। भाई जेठा जी कहंदे जदों मैं कहंदे अनाथ हो गया सी, तुहाडे जो किसी ने मैनू कहा भी काका तू पिंड ना छड्ड है, असी तेरी सहायता करांगे, तेनू कोई हट्टी पा के देवांगे, तू अपना कोई काम कर लै।
ਕਿਸੇ ਨੇ ਮੇਰੀ ਸਹਾਇਤਾ ਨਹੀਂ ਕੀਤੀ। ਗੁਰੂ ਮਹਾਰਾਜ ਨੇ ਮੇਰੀ ਬਾਂਹ ਫੜੀ ਤੇ ਤੁਹਾਨੂੰ ਤਕਲੀਫ ਹੁੰਦੀ ਹੈ। ਤੁਹਾਨੂੰ ਕੀ? ਮੈਂ ਭਾਂਡੇ ਮਾਂਜਾਂ, ਜੋ ਮਰਜ਼ੀ ਕਰਾਂ, ਮੈਂ ਆਪਣੀ ਖੁਸ਼ੀ ਨਾਲ ਕਰ ਰਿਹਾ, ਮੈਨੂੰ ਕੋਈ ਮਜਬੂਰੀ ਨਹੀਂ ਹੈ। ਨਹੀਂ ਕਹਿੰਦੇ ਅਸੀਂ ਗੁਰੂ ਮਹਾਰਾਜ ਨੂੰ ਕਹਾਂਗੇ ਵੀ ਤੁਸੀਂ ਜਿਹੜਾ ਹੈ ਇਹ ਉੱਚੇ ਖਾਨਦਾਨ ਦਾ ਮੁੰਡਾ ਹੈ, ਤੁਹਾਡਾ ਜਵਾਈ ਹੈ, ਤੁਸੀਂ ਤਾਂ ਭਾਂਡੇ ਮੰਜਵਾ ਰਹੇ ਹੋ। ਉਹ ਗੁਰੂ ਮਹਾਰਾਜ ਨੂੰ ਲੱਗੇਗਾ ਜਾ ਕੇ। ਗੁਰੂ ਮਹਾਰਾਜ ਕਹਿੰਦੇ ਭਾਈ ਇੱਥੇ ਤਾਂ ਸੇਵਾ ਹੈ, ਤੁਸੀਂ ਕਰ ਜਾਓ, ਇਹ ਤਾਂ ਸੇਵਾ ਹੈ ਲੰਗਰ ਦੀ, ਜਿਹਦੀ ਮਰਜ਼ੀ ਆ ਕੇ ਕਰ ਜਾਓ। ਅਸੀਂ ਤਾਂ ਕਿਸੇ ਨੂੰ ਨਹੀਂ ਕਹਿੰਦੇ ਵੀ ਤੂੰ ਕਰ ਤੇ ਤੂੰ ਨਾ ਕਰ। ਚਲੋ ਜੀ ਅਬਾ ਤਬਾ ਬੋਲਦੇ ਹੋਏ ਹਰਿਦੁਆਰ ਨੂੰ ਚਲੇ ਗਏ। ਹੁਣ ਦੇਖੋ ਗੁਰੂ ਦੇ ਪਿਆਰੇ ਨੂੰ ਜਾਂ ਗੁਰੂ ਦੇ ਵਿਰੁੱਧ ਕੋਈ ਸ਼ਬਦ ਬੋਲਣੇ, ਫਿਰ ਫਲ ਤਾਂ ਕੋਈ ਮਿਲਣਾ ਹੀ ਹੈ ਨਾ। ਉੱਥੇ ਤਾਂ ਆਪ ਜੀ ਨੂੰ ਪਤਾ ਵੀ ਜਿੱਥੇ ਬਹੁਤ ਜ਼ਿਆਦਾ ਭੀੜ ਹੋਵੇ ਨਾ ਉੱਥੇ ਸਫਾਈ ਨਹੀਂ ਰਹਿੰਦੀ, ਅਤੇ ਜਿੱਥੇ ਸਫਾਈ ਨਾ ਹੋਵੇ ਉੱਥੇ ਹੈਜ਼ਾ ਹੋ ਸਕਦਾ ਹੈ। ਉੱਥੇ ਹੈਜ਼ਾ ਫੈਲ ਗਿਆ। ਹੈਜ਼ੇ ਕਾਰਨ ਕਈ ਜਿਹੜੇ ਸਨ ਲਾਹੌਰ ਦੀ ਸੰਗਤ ਉਹ ਉੱਥੇ ਮਰ ਗਏ। ਵਾਪਸ ਜਦੋਂ ਆ ਰਹੇ ਸੀ ਤਾਂ ਰਸਤੇ ਡਾਕੂ ਨੇ ਲੁੱਟ ਲਿਆ ਉਹਨਾਂ ਨੂੰ, ਜਿੰਨਾ ਜੋ ਕੁਛ ਸੀ ਮਾਲ ਮੱਤਾ। ਸਮਾਂ ਬੀਤਦਾ ਗਿਆ। ਇੱਕ ਵਾਰੀ ਗੁਰੂ ਨਾਨਕ ਦੇਵ ਜੀ ਅਤੇ ਮਰਦਾਨਾ ਜੀ, ਜਿੱਥੇ ਅੱਜ ਕੱਲ੍ਹ ਅੰਮ੍ਰਿਤਸਰ ਨਗਰ ਵਸਿਆ ਹੋਇਆ ਹੈ, ਇੱਥੇ ਇੱਕ ਦਰੱਖਤ ਦੇ ਹੇਠਾਂ ਬੈਠੇ। ਜਾਣ ਲੱਗਿਆ ਗੁਰੂ ਨਾਨਕ ਦੇਵ ਮਰਦਾਨਾ ਜੀ ਨੂੰ ਕਹਿੰਦੇ, ਮਰਦਾਨਾ ਜੀ ਇੱਥੇ ਨਾ ਬਹੁਤ ਵੱਡਾ ਨਗਰ ਵਸੇਗਾ। ਮਰਦਾਨਾ ਜੀ ਕਹਿੰਦੇ ਮਹਾਰਾਜ ਜੀ ਕੌਣ ਵਸਾਏਗਾ? ਕਹਿੰਦੇ ਸਾਡਾ ਹੀ ਸਿੱਖ ਵਸਾਏਗਾ। ਹੁਣ ਉਹ ਸਮਾਂ ਆ ਗਿਆ ਹੈ ਨਗਰ ਵਸਣ ਦਾ। ਤੀਸਰੇ ਪਾਤਸ਼ਾਹ ਭਾਈ ਜੇਠਾ ਜੀ ਨੂੰ ਲੈ ਕੇ ਅੰਮ੍ਰਿਤਸਰ ਆਏ ਨੇ। ਉਹਦਾ ਕੋਈ ਸ਼ਹਿਰ ਨਹੀਂ ਇੱਥੇ। ਜਿੱਥੇ ਗੁਰੂ ਮਹਾਰਾਜ ਰਹਿੰਦੇ ਸੀ, ਘਰ ਬਣਿਆ ਹੈ ਗੁਰੂ ਮਹਾਰਾਜ ਦਾ ਉੱਥੇ ਅੰਮ੍ਰਿਤਸਰ ਦੇ ਵਿੱਚ, ਜਿੱਥੇ ਚੌਥੇ ਪਾਤਸ਼ਾਹ ਰਹੇ, ਮਗਰੋਂ ਪੰਚਮ ਰਹੇ ਪਾਤਸ਼ਾਹ ਰਹੇ, ਛੇਵੇਂ ਪਾਤਸ਼ਾਹ ਰਹੇ। ਗੁਰੂ ਕੇ ਮਹਿਲ। ਤੁਸੀਂ ਹੈਰਾਨ ਹੋ ਗਏ, ਕਈ ਸਾਲ ਪਹਿਲਾਂ ਮੈਂ ਤੇ ਮੇਰੇ ਨਾਲ ਆਜ਼ਾਦ ਸਿੰਘ ਦਾ ਲੜਕਾ ਸੀ, ਮਹਾਂਪੁਰਖਾਂ ਨੇ ਸਾਡੀ ਡਿਊਟੀ ਲਾਤੀ, ਤੁਸੀਂ 11 ਦਿਨ ਉੱਥੇ ਅੰਮ੍ਰਿਤਸਰ ਜਾ ਕੇ ਜੂਠੇ ਬਰਤਨ ਦੀ ਸੇਵਾ ਕਰਕੇ ਆਓ। ਸਤਿਵਚਨ ਜੀ। ਅਸੀਂ ਤਾਂ ਚਲੇ ਗਏ। ਮੇਰੇ ਮਨ 'ਚ ਆਇਆ ਬਈ ਜਦੋਂ ਅੰਮ੍ਰਿਤਸਰ ਨਗਰ ਵਸਾ ਰਹੇ ਸੀ ਗੁਰੂ ਮਹਾਰਾਜ ਚੌਥੇ ਪਾਤਸ਼ਾਹ, ਆਖਰ ਕੋ ਕਿਤੇ ਤਾਂ ਰਹੇ ਹੋਣਗੇ। ਪੰਚਮ ਪਾਤਸ਼ਾਹ ਵੀ ਇੱਥੇ ਰਹੇ, ਛੇਵੇਂ ਪਾਤਸ਼ਾਹ ਵੀ ਰਹੇ, ਨੌਵੇਂ ਪਾਤਸ਼ਾਹ ਵੀ ਰਹੇ। ਵੀ ਉਹ ਕਿੱਥੇ ਥਾਂ ਹੈ? ਮੈਨੂੰ ਪੁੱਛਿਆ ਜੀ ਵੀ ਗੁਰੂ ਕੇ ਮਹਿਲ ਕਿੱਥੇ ਹੈ ਜਿਹੜੇ ਬਰਛਾ 'ਚ ਲੈ ਕੇ ਖੜ੍ਹੇ ਹੁੰਦੇ ਨੇ? ਕਿ ਸਾਨੂੰ ਤਾਂ ਪਤਾ ਨਹੀਂ ਜੀ। ਇੱਕ ਹੋਰ ਨੂੰ ਪੁੱਛਿਆ, ਕਹਿੰਦੀ ਮੈਨੂੰ ਤਾਂ ਪਤਾ ਨਹੀਂ। ਇੱਕ ਹੋਰ ਨੂੰ ਪੁੱਛਿਆ, ਕਿਸੇ ਨੂੰ ਤਾਂ ਪਤਾ ਨਹੀਂ ਜੀ। ਮੈਂ ਕਮਾਲ ਹੈ, ਇਹ ਹਰਿਮੰਦਰ ਸਾਹਿਬ ਦੇ ਵਿੱਚ ਡਿਊਟੀਆਂ ਕਰ ਰਹੇ ਨੇ ਅਤੇ ਇਹਨਾਂ ਨੂੰ ਇਹ ਨਹੀਂ ਪਤਾ ਗੁਰੂ ਕੇ ਮਹਿਲ ਕਿੱਥੇ ਹੈ। ਮੈਂ ਗੇਟ ਤੋਂ ਬਾਹਰ ਨਿਕਲਿਆ, ਇੱਕ ਨੌਜਵਾਨ ਲੜਕਾ ਮਿਲ ਗਿਆ। ਮੈਂ ਕਾਕਾ ਇੱਥੇ ਗੁਰੂ ਕੇ ਮਹਿਲ ਕਿੱਥੇ ਹੈ? ਕਹਿੰਦੇ ਜੀ ਆਹ ਨਾ ਸਾਹਮਣੇ ਲਿਖਿਆ, ਗਲੀ ਜਾਂਦੀ ਹੈ, ਇੱਥੇ ਲਿਖਿਆ ਗਲੀ ਦੇ ਵਿੱਚ ਜਾਈ ਜਾਓ, ਅੱਗੇ ਸਾਰੇ ਡਾਇਰੈਕਸ਼ਨ ਦਿੱਤੀਆਂ, ਅੱਗੇ ਜੇ ਥਾਂ ਆ ਜਾਏਗੀ। ਸੋ ਉਹ ਘਰ ਜਿੱਥੇ ਰਹਿ ਕੇ ਚੌਥੇ ਪਾਤਸ਼ਾਹ ਨੇ ਇਹ ਨਗਰ ਵਸਾਇਆ, ਉਸ ਘਰ ਨੂੰ ਕਹਿੰਦੇ ਗੁਰੂ ਕਾ ਮਹਿਲ। ਹੁਣ ਕਿਉਂਕਿ ਤੀਸਰੇ ਪਾਤਸ਼ਾਹ ਉੱਥੇ ਲੈ ਕਹਿੰਦੇ ਇੱਥੇ ਨਗਰ ਵਸਾਉਣਾ। ਸਤਿਵਚਨ ਜੀ। ਆਪ ਜੀ ਨਗਰ ਵੀ ਵਸਾਉਂਦੇ ਰਹੇ ਅਤੇ ਕਦੇ ਕਦੇ ਗੋਇੰਦਵਾਲ ਸਾਹਿਬ ਵੀ ਜਾਂਦੇ ਰਹੇ ਤੀਸਰੇ ਪਾਤਸ਼ਾਹ ਕੋਲ ਵਾਪਸ। ਇਸ ਤਰ੍ਹਾਂ ਕਰਦਿਆਂ ਕਰਦਿਆਂ ਆਪ ਜੀ ਦੀ 40 ਸਾਲ ਉਮਰ ਹੋ ਗਈ। 18 ਸਾਲ ਦੀ ਉਮਰ 'ਚ ਆਏ ਗੋਇੰਦਵਾਲ, ਸ਼ਾਦੀ ਹੋਈ। 40 ਸਾਲ ਇੰਨਾ ਸਮਾਂ ਸੇਵਾ ਕੀਤੀ, ਸਿਮਰਨ ਕੀਤਾ। ਤੀਸਰੇ ਪਾਤਸ਼ਾਹ ਉਹਨੇ ਜਦੋਂ 95 ਸਾਲਾਂ ਦੇ ਹੋ ਗਏ, ਉਹਨੇ ਦੇਖਿਆ ਵੀ ਸਾਡਾ ਅੰਤਮ ਸਮਾਂ ਆ ਰਿਹਾ ਹੈ।
ਬਹੁਤੇ ਤਾਂ ਧਾਰਮਿਕ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਮਰਨਾ ਕਦੋਂ ਹੈ। ਕੋਈ ਪਤਾ ਨਹੀਂ ਉਹਨਾਂ ਨੂੰ ਹੁੰਦਾ ਵੀ ਸਾਡਾ ਅੰਤਮ ਸਮਾਂ ਕਦੋਂ ਆਉਣਾ ਹੈ। ਉਹਨੇ ਦੇਖਿਆ ਵੀ ਸਾਡਾ ਅੰਤਮ ਸਮਾਂ ਆ ਗਿਆ ਹੈ, ਹੁਣ ਅਗਲੇ ਗੁਰੂ ਦੀ ਚੋਣ ਕਰਨੀ ਹੈ ਵੀ ਕਿਹਨੂੰ ਗੁਰੂ ਬਣਾਉਣਾ ਹੈ। ਉਹਨਾਂ ਦੇ ਦੋ ਜਵਾਈ ਸਨ, ਰਾਮਾ ਜੀ ਅਤੇ ਜੇਠਾ ਜੀ। ਦੋਨੋਂ ਹੀ ਚੰਗੇ ਸਨ, ਦੋਨੋਂ ਹੀ ਭਜਨ ਬੰਦਗੀ ਵਾਲੇ ਸਨ, ਦੋਨੋਂ ਹੀ ਸੇਵਾ ਕਰਦੇ ਸਨ। ਗੁਰੂ ਮਹਾਰਾਜ ਨੇ ਕਿਹਾ ਵੀ ਇਹਨਾਂ ਦਾ ਇਮਤਿਹਾਨ ਲਈਏ। ਜਿਵੇਂ ਇੱਕ ਨੂੰ ਬਣਾ ਤਾ ਦੂਜਾ ਕਹੂਗਾ ਮੇਰੇ 'ਚ ਕੀ ਨੁਕਸ ਜੇ ਵੀ ਮੈਨੂੰ ਨਹੀਂ ਬਣਾਇਆ ਹੈ। ਉਹਨਾਂ ਭਰੀ ਸੰਗਤ 'ਚ ਦੋਨਾਂ ਜਵਾਈ ਸੱਦੇ, ਦੋਨੋਂ ਕਹਿੰਦੇ ਵੀ ਅਸੀਂ ਹੁਣ ਹੋ ਗਏ ਬਜ਼ੁਰਗ, ਸੰਗਤ ਵੱਧ ਗਈ ਹੈ, ਸਾਡੀ ਇੱਛਾ ਵੀ ਅਸੀਂ ਉੱਚੇ ਥੜੇ 'ਤੇ ਬੈਠ ਕੇ ਸੰਗਤ ਦੇ ਦਰਸ਼ਨ ਕਰਿਆ ਕਰੀਏ। ਜਿਹੜੇ ਮਹਾਨ ਲੋਕ ਹੁੰਦੇ ਨਾ ਉਹ ਇਹ ਨਹੀਂ ਕਹਿੰਦੇ ਉੱਚੇ ਥੜੇ 'ਤੇ ਬਹਿ ਕੇ ਅਸੀਂ ਸੰਗਤ ਨੂੰ ਲੈਕਚਰ ਕਰੀਏ, ਨਹੀਂ, ਉਹ ਕਹਿੰਦੇ ਸਾਡੀ ਇੱਛਾ ਹੈ ਵੀ ਸੰਗਤ ਬਹੁਤ ਹੋ ਗਈ ਹੈ, ਅਸੀਂ ਉੱਚੇ ਥਾਂ 'ਤੇ ਬੈਠ ਕੇ ਸੰਗਤ ਦੇ ਦਰਸ਼ਨ ਕਰਿਆ ਕਰੀਏ। ਦੋਨਾਂ ਨੂੰ ਕਹਿੰਦੇ ਵੀ ਇੱਕ ਇੱਕ ਥੜਾ ਬਣਾ ਦਿਓ, ਇੱਕ ਇੱਧਰਲੇ ਪਾਸੇ ਬਣਾ ਦਿਓ, ਇੱਕ ਇੱਧਰਲੇ ਪਾਸੇ, ਥਾਂ ਵਿਖਾਤੀ ਵੀ ਇੰਨਾ ਲੰਮਾ, ਇੰਨਾ ਚੌੜਾ, ਇੰਨਾ ਉੱਚਾ ਇੱਕ ਇੱਕ ਥੜਾ ਬਣਾਓ। ਹੁਣ ਧਿਆਨ ਦੇਣਾ ਬਈ ਦੋਨੋਂ ਹੀ ਖੱਤਰੀ ਨੇ, ਰਾਜ ਮਿਸਤਰੀ ਨਹੀਂ ਹੈਗੇ ਦੋਨੋਂ, ਕਦੇ ਕੋਈ ਇੱਟਾਂ ਉੱਟਾਂ ਕੋਈ ਨਹੀਂ ਲਾਈਆਂ, ਕੋਈ ਬਿਲਡਿੰਗ ਨਹੀਂ ਕਦੇ ਬਣਾਈ, ਤੇ ਕਿਹ ਥੜੇ ਬਣਾਓ। ਦੋਨਾਂ ਨੇ ਬਣਾਤੇ ਸ਼ਾਮ ਤੱਕ ਜਿਹੋ ਜਿਹੇ ਬਣਾ ਸਕਦੇ ਸੀ। ਤੀਸਰੇ ਪਾਤਸ਼ਾਹ ਆਏ ਸੰਗਤ ਨੂੰ ਲੈ ਕੇ, ਰਾਮਾ ਜੀ ਤੁਹਾਡਾ ਥੜਾ ਠੀਕ ਨਹੀਂ ਹੈ, ਮੈਨੂੰ ਪਸੰਦ ਹੈ, ਢਾਹ ਕੇ ਨਾ ਕੱਲ੍ਹ ਨੂੰ ਹੋਰ ਬਣਾਇਓ। ਜੇਠਾ ਜੀ ਕੋਲ ਆ ਗਏ, ਜੇਠਾ ਜੀ ਤੁਹਾਡਾ ਥੜਾ ਸਾਨੂੰ ਪਸੰਦ ਨਹੀਂ ਹੈ, ਢਾਹ ਕੇ ਕੱਲ੍ਹ ਨੂੰ ਫਿਰ ਬਣਾਇਓ। 7 ਵਚਨ ਜੀ ਅਗਲੇ ਦਿਨ ਫਿਰ ਬਣਾਤਾ। ਦੂਸਰੇ ਦਿਨ ਗੁਰੂ ਮਹਾਰਾਜ ਦੋਨਾਂ ਨੂੰ ਆਹੀ ਗੱਲ ਕਿ ਸਾਨੂੰ ਪਸੰਦ ਨਹੀਂ ਹੈ, ਢਾਹ ਕੇ ਬਣਾਓ। ਤੀਜੇ ਦਿਨ ਆਏ, ਤੀਜੇ ਦਿਨ ਵੀ ਢਾਹਤੇ ਕਿ ਸਾਨੂੰ ਨਹੀਂ ਪਸੰਦ ਹੈ। ਚੌਥੇ ਦਿਨ ਆਏ, ਰਾਮਾ ਜੀ ਥੜਾ ਹੀ ਨਹੀਂ ਬਣਾਇਆ, ਰਾਮਾ ਜੀ ਥੜਾ ਨਹੀਂ ਬਣਾਇਆ। ਕਹਿੰਦੇ ਬਾਪੂ ਜੀ ਗੱਲ ਅਸਲ ਇਹ ਹੈ ਤੁਸੀਂ ਬਹੁਤ ਬਜ਼ੁਰਗ ਹੋ ਗਏ ਹੋ, ਤੁਹਾਨੂੰ ਯਾਦ ਨਹੀਂ ਰਹਿੰਦਾ। 3 ਦਿਨ ਹੋ ਗਏ ਮੈਨੂੰ ਥੜਾ ਬਣਾਉਂਦਿਆਂ ਹੋਏ, ਤੈਨੂੰ ਪਸੰਦ ਹੀ ਨਹੀਂ ਆਉਂਦਾ। ਮੈਂ ਕਿਹਾ ਫਿਰ ਕੀ ਬਣਾਉਣਾ, ਮੈਨੂੰ ਪਸੰਦ ਤਾਂ ਆਉਂਦਾ ਨਹੀਂ ਹੈਗਾ, ਢਵਾ ਦਿੰਦੇ ਨੇ। ਅੱਛਾ ਫਿਰ ਜੇਠਾ ਜੀ ਤੁਹਾਡਾ ਥੜਾ ਠੀਕ ਨਹੀਂ ਹੈ, ਢਾਹ ਕੇ ਕੱਲ੍ਹ ਨੂੰ ਬਣਾਓ। ਚੌਥੇ ਦਿਨ ਵੀ ਢਵਾਤਾ, 5ਵੇਂ ਦਿਨ ਵੀ ਢਵਾਤਾ, 6ਵੇਂ ਦਿਨ ਢਵਾਤਾ। ਜਦੋਂ 7ਵੇਂ ਦਿਨ ਢਾਉਣ ਦਾ ਹੁਕਮ ਦਿੱਤਾ ਨਾ, ਭਾਈ ਜੇਠਾ ਜੀ ਨੇ ਚਰਨ ਫੜ ਲਏ ਤੀਸਰੇ ਪਾਤਸ਼ਾਹ ਦੇ। ਕਹਿੰਦੇ ਸੱਚੇ ਪਾਤਸ਼ਾਹ ਮੈਂ ਅਣਜਾਣ ਹਾਂ, ਮੈਂ ਅਗਿਆਨੀ ਹਾਂ, ਤੁਸੀਂ ਕਿਰਪਾ ਕਰੋ ਮੈਨੂੰ ਗਿਆਨ ਬਖਸ਼ੋ, ਤਾਂ ਹੀ ਮੈਂ ਤੁਹਾਡੀ ਪਸੰਦ ਦਾ ਥੜਾ ਬਣਾ ਸਕਦਾ ਹਾਂ। ਇੱਕ ਕਹਿ ਰਿਹਾ ਤੁਸੀਂ ਬੁੱਢੇ ਹੋ ਗਏ ਹੋ, ਤੁਹਾਨੂੰ ਪਸੰਦ ਨਹੀਂ ਆਉਂਦਾ ਹੈਗਾ। ਦੂਜਾ ਕਹਿ ਰਿਹਾ ਨਹੀਂ ਮੇਰੀ ਮੱਤ ਥੋੜ੍ਹੀ ਹੈ, ਮੈਨੂੰ ਸਮੱਤ ਬਖਸ਼ੋ, ਮੈਂ ਤੁਹਾਡੀ ਇੱਛਾ ਅਨੁਸਾਰ ਬਣਾ ਸਕਾਂ। ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਦਿਓ ਕਿ ਕੌਣ ਗੁਰੂ ਬਣਿਆ ਹੋਏਗਾ। ਹੁਕਮ ਹੋ ਗਿਆ ਬਾਬਾ ਬੁੱਢਾ ਜੀ ਨੂੰ ਵੀ ਕੱਲ੍ਹ ਨੂੰ ਤਿਆਰੀ ਕਰ ਲਓ, ਜੇਠਾ ਜੀ ਨੂੰ ਗੁਰੂ ਬਣਾਉਣਾ। ਅਤੇ ਭਾਈ ਜੇਠਾ ਜੀ ਨੂੰ ਗੁਰਗੱਦੀ ਦਾ ਤਿਲਕ ਲਾ ਦਿੱਤਾ ਹੈ। 5 ਪੈਸੇ ਅਤੇ ਨਾਰੀਅਲ ਲੈ ਕੇ ਤੀਸਰੇ ਪਾਤਸ਼ਾਹ ਨੇ ਪਰਿਕਰਮਾ ਕੀਤੀ ਹੈ ਅਤੇ ਮੱਥਾ ਟੇਕਦਾ ਅਤੇ ਨਾਮ ਰੱਖ ਦਿੱਤਾ ਰਾਮਦਾਸ। ਫਿਰ ਚੌਥੇ ਪਾਤਸ਼ਾਹ ਜੇਠਾ ਜੀ ਤੋਂ ਕੀ ਨਾਮ ਹੋ ਗਿਆ, ਗੁਰੂ ਰਾਮਦਾਸ। ਮੈਂ ਕਈ ਵਾਰੀ ਹੈਰਾਨ ਹੁੰਦਾ ਕਿ ਹਰਿਮੰਦਰ ਸਾਹਿਬ ਬਣਾਇਆ ਪੰਚਮ ਪਾਤਸ਼ਾਹ ਨੇ, ਪਰ ਅਰਦਾਸ ਵੇਲੇ ਜਾਂ ਉਂਝ ਜਿੰਨੀ ਵਡਿਆਈ ਚੌਥੇ ਪਾਤਸ਼ਾਹ ਦੀ ਕੀਤੀ ਜਾਂਦੀ ਹੈ, ਉਨੀ ਪੰਚਮ ਪਾਤਸ਼ਾਹ ਦੀ ਨਹੀਂ ਕੀਤੀ ਜਾਂਦੀ। ਹਾਲਾਂਕਿ ਉਹਨਾਂ ਦੇ ਨਗਰ ਹੀ ਵਸਾਇਆ ਸੀ ਜਾਂ ਵਿੱਚ ਸਰੋਵਰ ਬਣਾਇਆ ਸੀ।
ਲੋਕ ਤੇ ਹਰਿਮੰਦਰ ਸਾਹਿਬ ਲਈ ਆਉਂਦੇ ਨਾ, ਪਰ ਮਹਿਮਾ ਹੈ। ਫਿਰ ਆਪ ਜੀ ਪਰਿਵਾਰ ਸਮੇਤ ਅੰਮ੍ਰਿਤਸਰ ਆ ਗਏ, ਇੱਥੇ ਰਹਿਣ ਲੱਗ ਗਏ। ਚੋਰ ਨਗਰ ਵਸਣਾ ਸ਼ੁਰੂ ਹੋ ਗਿਆ। ਜੇ ਤੁਸੀਂ ਜਾਓ ਨਾ ਉਹ ਗੁਰੂ ਕੇ ਮਹਿਲ ਨੂੰ, ਮਸਾਂ 6 ਫੁੱਟ ਚੌੜੀ ਹੋਣੀ ਗਲੀ ਉਹ। ਹੁਣ ਕਿਉਂ ਸੌੜੀਆਂ ਸੌੜੀਆਂ ਗਲੀਆਂ ਸਨ, ਨਾ ਤਾਂ ਕੋਈ ਸਾਈਕਲ, ਨਾ ਕੋਈ ਸਕੂਟਰ, ਨਾ ਕੋਈ ਕਾਰ, ਇਕੱਲੇ ਬੰਦੇ ਨੇ ਲੰਘਣਾ ਹੁੰਦਾ ਸੀ। ਆ ਪਟਿਆਲੇ 'ਚ ਵੀ ਮੈਂ ਦੇਖੇ ਕਈ ਗਲੀਆਂ ਨੇ ਬੜੀਆਂ ਸੌੜੀਆਂ ਨੇ, ਆਲੇ ਦੁਆਲੇ ਉੱਚੀਆਂ ਬਿਲਡਿੰਗਾਂ ਨੇ, ਗਲੀ 'ਚ ਹੀ ਹਨੇਰਾ ਹੁੰਦਾ। ਉਦੋਂ ਇਸ ਲੋੜ ਨਹੀਂ ਸੀ। ਹੁਣ ਆ ਜਿਹੜੇ 20-20 ਫੁੱਟ ਚੌੜੀਆਂ ਗਲੀਆਂ ਨੇ, ਇਹ ਵੀ ਸੌੜੀਆਂ ਲੱਗਦੀਆਂ ਜਦੋਂ ਕਾਰ ਅੰਦਰ ਲੰਘਾਉਣੀ ਹੁੰਦੀ, ਬਾਹਰ ਕੱਢਣੀ ਹੁੰਦੀ। ਸਮੇਂ ਸਮੇਂ ਦਾ ਹੈ। ਅਤੇ ਬੜਾ ਹੈਰਾਨ ਹੋਇਆ ਮੈਂ ਵੀ ਖਾਲੀ ਪਈ ਸੀ ਸਾਰੀ ਥਾਂ, ਗਲੀਆਂ ਚੌੜੀਆਂ ਚੌੜੀਆਂ ਬਣਾ ਲੈਂਦੇ। ਕਈ ਵਾਰ ਬੈਠਾ ਸੋਚਦਾ ਵੀ ਹਰਿਮੰਦਰ ਸਾਹਿਬ ਦੇ ਛੋਟਾ ਜਿਹਾ 50 ਕੁ ਬੰਦੇ ਬਹਿੰਦੇ ਹੋਣਗੇ, ਇੰਨੇ ਮਸਾਂ ਬਹਿੰਦੇ ਹੋਣਗੇ, 50-60। ਸਰੋਵਰ ਐਡਾ ਵੱਡਾ ਜਿਸ 'ਚ ਲੱਖਾਂ ਬੰਦਾ ਇਸ਼ਨਾਨ ਕਰ ਸਕਦਾ, ਗੁਰਦੁਆਰਾ ਛੋਟਾ ਜਿਹਾ। ਹੁਣ ਉਹਦੀ ਮੌਜ ਹੈ। ਅੱਜ ਸ਼ਾਇਦ ਉਹ ਬਣਦਾ ਤੇ ਅੱਧੇ ਸਰੋਵਰ ਜਿੱਡਾ ਗੁਰਦੁਆਰਾ ਸਾਹਿਬ ਬਣਦਾ, ਘੱਟ ਤੋਂ ਘੱਟ ਵੀ ਸੰਗਤ ਉਹ ਦੇਸਾਂ ਵਿਦੇਸਾਂ ਤੋਂ ਆ ਰਹੀ ਹੈ, ਵੀ ਵੱਡਾ ਸਾਰਾ ਚਾਹੀਦਾ। ਇਹਦਾ ਮਤਲਬ ਉਦੋਂ ਸੰਗਤ ਥੋੜ੍ਹੀ ਹੋਈ ਸੀ, ਸਿੱਖ ਥੋੜ੍ਹੇ ਹੀ ਸਨ। ਜਿੰਨੇ ਵੀ ਆਉਂਦੇ ਸਾਰੇ ਬਹਿ ਜਾਂਦੇ ਹੋਣਗੇ ਨਾ ਅੰਦਰ। ਹਰ ਅੰਦਰ ਕੀਰਤਨ ਵੀ ਹੋ ਰਿਹਾ, ਗੁਰੂ ਮਹਾਰਾਜ ਕਥਾ ਵੀ ਕਰਦੇ ਸਨ। ਇਹਦੇ ਮਤਲਬ ਉਦੋਂ ਸਿੱਖ ਥੋੜ੍ਹੇ ਹੀ ਸਨ। ਖੈਰ, ਇੱਕ ਦਿਨ ਕੀ ਹੋਇਆ, ਅੰਮ੍ਰਿਤਸਰ ਦੇ 'ਚ ਨਗਰ ਹੈ ਪੱਟੀ, ਸ਼ਾਇਦ ਉਹ ਤਹਿਸੀਲ ਵੀ ਹੈ ਅੰਮ੍ਰਿਤਸਰ ਦੇ, ਪੱਟੀ ਨਗਰ ਹੈ। ਉੱਥੇ ਦਾ ਜਿਹੜਾ ਜਗੀਰਦਾਰ ਸੀ ਨਾ, ਪੁਰਾਣੇ ਜ਼ਮਾਨੇ ਜਗੀਰਦਾਰ ਨੂੰ ਰਾਜੇ ਕਿਹਾ ਕਰਦੇ ਸੀ। ਜਗੀਰਦਾਰ ਸੀ ਦੁਨੀ ਚੰਦ। 7 ਉਹਦੀਆਂ ਲੜਕੀਆਂ ਸਨ, 6 ਵਿਆਹੀਆਂ ਸਨ। ਸਭ ਤੋਂ ਛੋਟੀ ਲੜਕੀ ਸੀ ਰਜਨੀ, ਉਹ ਅਜੇ ਕੁਆਰੀ ਸੀ। ਉਹਨੂੰ ਕੋਈ ਫੋਬੀਆ ਸੀ, ਜਿਵੇਂ ਕਈਆਂ ਨਾ ਕਹਿਤਾ ਸਰਕਾਰ ਨੇ ਕਿ ਡਾਕਟਰਾਂ ਨੇ ਕਿ ਵੀ ਹੱਥ ਧੋਇਆ ਕਰੋ ਕਰੋਨਾ ਤੋਂ ਬਚਾਉਣ ਲਈ। ਕਈ ਵਾਰੀ ਹੱਥ ਧੋ ਕੇ ਨਾ ਉਹਨਾਂ ਨੂੰ ਇਹ ਫੋਬੀਆ ਹੋ ਗਿਆ, ਉਹ ਵਹਿਮੀ ਹੋ ਗਏ ਨੇ ਵੀ ਪਤਾ ਨਹੀਂ ਕੋਈ ਲੱਗ ਨਾ ਗਿਆ ਹੋਵੇ ਕੁਛ ਨਾਲ। ਇੱਕ ਕੁਰਸੀ 'ਤੇ ਹੀ ਨਾ ਬੈਠੇ, ਇੱਕ ਥਾਂ ਦੇ ਕੋ ਕਹੀ ਕੁਰਸੀ 'ਤੇ ਬਹਿ ਜਾਓ, ਕੋਈ ਨਾ ਪਤਾ ਨਹੀਂ ਤੇ ਕਿਹੜਾ ਬਹਿ ਕੇ ਕਿਤੇ ਮੈਨੂੰ ਕਰੋਨਾ ਨਾ ਹੋ ਜਾਏ। ਇੰਨੀ ਦੁਨੀਆ ਡਰ ਗਈ। ਹਾਂਜੀ, ਇਹੋ ਜਿਹਾ ਰੋਗ ਛੇਤੀ ਲੱਗਦਾ। ਡਰਪੋਕ ਨੇ ਫਿਰ ਜੇ ਬੰਦਾ ਹੁਣ ਰਜਿੰਦਰ ਹਸਪਤਾਲ ਕਰਤਾ ਦਾਖਲ, ਲੋ ਡਰ ਨਾਲ ਹੀ ਮਰ ਜਾਏਗਾ ਵੀ ਅੱਛਾ ਮੈਨੂੰ ਕਰੋਨਾ ਹੋ ਗਿਆ, ਬਸ ਗਏ ਹੁਣ। ਖੈਰ, ਜਿੱਦੇ ਮਰਨਾ ਉਦੋਂ ਹੀ ਮਰਨਾ, ਅਤੇ ਜਿਸ ਚੀਜ਼ ਨਾਲ ਮਰਨਾ ਉਸੇ ਨਾਲ ਹੀ ਮਰਨਾ। ਉਹ ਤਾਂ ਪਹਿਲੇ ਲਿਖਿਆ ਹੋਇਆ, ਉਹ ਤਾਂ ਪਹਿਲੇ ਹੀ ਲਿਖਿਆ ਹੋਇਆ ਕਿਸ ਥਾਂ 'ਤੇ ਮਰਨਾ, ਕਿਸ ਸਮੇਂ ਮਰਨਾ, ਕਿਸ ਕਾਰਨ ਮਰਨਾ। ਜਦੋਂ ਤਿੰਨੋਂ ਚੀਜ਼ਾਂ ਇਕੱਠੀਆਂ ਹੋਣਗੀਆਂ ਸਾਡੀ ਡੈਥ ਹੋ ਜਾਣੀ, ਨਹੀਂ ਤਾਂ ਨਹੀਂ ਹੋਣੀ। ਜਿਸ ਚੀਜ਼ ਨਾਲ ਮਰਨਾ ਹੈ ਉਸੇ ਨਾਲ ਹੀ ਮਰਨਾ, ਇਸ ਲਈ ਊਈ ਨਾ ਡਰੀ ਜਾਇਆ ਕਰੋ। ਅਤੇ ਜਿੱਦੇ ਆਜ ਨੇ ਕੋਈ ਜ਼ਰੂਰੀ ਤਾਂ ਅਸੀਂ ਕਰੋਨੇ ਨਾਲ ਹੀ ਮਰਨਾ, ਅਸੀਂ ਹੋਰ ਬਿਮਾਰੀ ਨਾਲ ਵੀ ਮਰ ਸਕਦੇ ਹਾਂ, ਅਸੀਂ ਦੁਰਘਟਨਾ ਨਾਲ ਵੀ ਮਰ ਸਕਦੇ ਹਾਂ, ਅਸੀਂ ਹੋਰ ਕਿਸੇ ਕਾਰਨ ਵੀ ਮਰ ਸਕਦੇ ਹਾਂ। ਹੁਣ ਦੁਨੀ ਚੰਦ ਨੂੰ ਵੀ ਫੋਬੀਆ ਹੈ, ਆਪਣੇ ਜਵਾਈਆਂ ਨੂੰ ਆਪਣੀਆਂ ਕੁੜੀਆਂ ਨੂੰ ਤੀਜੇ 3-4 ਮਹੀਨੇ ਬਾਅਦ ਸੱਦ ਲੈਂਦਾ। ਵੱਡੀ ਨੂੰ ਪੁੱਛਦਾ ਤੈਨੂੰ ਖਾਣ ਨੂੰ ਕੌਣ ਦਿੰਦਾ, ਕਹਿੰਦੇ ਬਾਪੂ ਜੀ ਤੁਸੀਂ ਦਿੰਦੇ ਹੋ। ਦੂਜੀ ਨੂੰ, ਤੀਜੇ, ਜਿਹੜੀ 7ਵੀਂ ਹੈ ਸਭ ਤੋਂ ਛੋਟੀ ਰਜਨੀ, ਤੈਨੂੰ ਖਾਣ ਨੂੰ ਕੌਣ ਦਿੰਦਾ, ਕਹਿੰਦੇ ਮੈਨੂੰ ਭਗਵਾਨ ਦਿੰਦਾ। ਹੁਣ ਖਿੱਚ ਚੜ੍ਹਦੀ ਹੈ। ਉਹ ਕਹਿੰਦੇ ਨਹੀਂ ਮੈਂ ਤੈਨੂੰ ਖਾਣ ਨੂੰ ਦਿੰਦਾ। ਉਹ ਕਹਿੰਦੇ ਨਹੀਂ ਪਿਤਾ ਜੀ, ਮੈਨੂੰ ਭਗਵਾਨ ਖਾਣ ਨੂੰ ਦਿੰਦਾ, ਸਿਰਫ ਤੁਹਾਡੇ ਰਾਹੀਂ ਦਿੱਤਾ, ਤੁਸੀਂ ਨਹੀਂ ਦਿੰਦੇ। ਔਰ ਇਹ ਬਿਲਕੁਲ ਠੀਕ ਹੈ, ਖਾਣ ਨੂੰ ਭਗਵਾਨ ਹੀ ਦਿੰਦਾ ਹੈ,
ਪਰ ਭਗਵਾਨ ਉੱਤੋਂ ਰੋਟੀਆਂ ਨਹੀਂ ਸੁੱਟਿਆ ਕਰਦਾ ਕਦੇ ਵੀ। ਉਹ ਤਾਂ ਅਨਨੈਚੁਰਲ ਹੋ ਜਾਏਗਾ, ਉਹ ਤਾਂ ਕੁਦਰਤ ਦੇ ਵਿਰੁੱਧ ਹੋ ਜਾਏਗਾ। ਇਸ ਤਰ੍ਹਾਂ ਉੱਪਰੋਂ ਨਹੀਂ ਕੋਈ ਡਿੱਗਿਆ ਕਰਦਾ। ਪਰਮਾਤਮਾ ਕਿਸੇ ਰਾਹੀਂ ਸਾਡੀ ਪਾਲਣਾ ਪੋਸ਼ਣਾ ਕਰ ਰਿਹਾ ਹੈ। ਪਹਿਲਾਂ ਮਾਂ ਪਿਓ ਦੀ ਡਿਊਟੀ ਲਾਤੀ, ਲੈ ਵੀ ਤੇਰੇ ਘਰ ਬੱਚਾ ਭੇਜ ਰਹੇ ਹਾਂ, ਤੂੰ ਇਹਨੂੰ ਪਾਲੀ ਪੋਸ਼ੀ, ਖਵਾਈ ਪਿਆ, ਇਹਨੂੰ ਪੜ੍ਹਾਈ, ਸਾਰਾ ਕੁਛ ਕਰੇ। ਕਰਦਾ ਭਗਵਾਨ ਹੀ ਹੈ। ਕਹਿੰਦੇ ਮੈਨੂੰ ਖਾਣ ਨੂੰ ਭਗਵਾਨ ਦਿੰਦਾ, ਸਿਰਫ ਤੁਹਾਡੇ ਰਾਹੀਂ ਦਿੰਦਾ। ਉਹ ਕਹਿੰਦੇ ਨਹੀਂ ਮੈਂ ਦਿੰਦਾ, ਉਹ ਖਿੱਝ ਜਾਂਦਾ। ਇੱਕ ਦਿਨ ਕਹਿੰਦਾ ਚੰਗਾ ਮੈਂ ਦੇਖਦਾ, ਫਿਰ ਤੈਨੂੰ ਖਾਣ ਨੂੰ ਭਗਵਾਨ ਦਿੰਦਾ, ਮੈਂ ਤੈਨੂੰ ਲੂਲੇ ਨਾਲ ਵਿਆਹ ਦੇਣਾ। ਲੂਲਾ ਉਹ ਬੰਦਾ ਹੁੰਦਾ ਜਿਹਦੇ ਹੱਥ ਅਤੇ ਪੈਰ ਕੰਮ ਨਾ ਕਰਨ, ਜਿਹੜਾ ਆਪਣੀ ਕੋਈ ਕਿਰਿਆ ਨਾ ਕਰ ਸਕਦਾ ਹੋਵੇ, ਕਿ ਨਾ ਉਹ ਤੁਰ ਸਕਦਾ, ਨਾ ਕੋਈ ਹੱਥਾਂ ਨਾਲ ਕੁਛ ਕਰ ਸਕਦਾ ਹੈ। ਉਹਨੂੰ ਕਹੇ ਲੂਲਾ, ਕਿ ਮੈਂ ਤਾਂ ਲੂਲੇ ਨਾਲ ਵਿਆਹ ਦੇਣਾ। ਕਹਿੰਦੇ ਕੋਈ ਜੇ ਮੇਰੇ ਭਾਗਾਂ 'ਚ ਭਗਵਾਨ ਨੇ ਲੂਲਾ ਲਿਖੇ ਤੇ ਲੂਲਾ ਹੀ ਸਹੀ। ਉਹਨੂੰ ਫਿਰ ਗੁੱਸਾ ਚੜ੍ਹਦਾ ਵੀ ਇਹ ਦੇਖ ਡਰਦੀ ਨਹੀਂ ਹੈਗੀ। ਕਹਿੰਦੇ ਕੋਈ ਨਹੀਂ, ਭਗਵਾਨ ਨੇ ਜੇ ਮੇਰੇ ਭਾਗਾਂ 'ਚ ਲੂਲਾ ਪਤੀ ਲਿਖਿਆ ਤੇ ਫਿਰ ਲੂਲਾ ਹੀ ਸਹੀ। ਪੰਡਤਾਂ ਨੂੰ ਹੁਕਮ ਕਰਤਾ ਲੂਲਾ ਲੱਭ ਕੇ ਲਿਓ। ਉਹ ਕਹਿੰਦੇ ਚਲੋ ਜੀ ਲੜਕੀ ਬੱਚੀ ਹੈ ਵੀ ਐ, ਤੁਸੀਂ ਤਾਂ ਸਿਆਣੇ ਬਿਆਣੇ ਹੋ, ਐਂ ਥੋੜ੍ਹਾ ਕਰੀਦਾ, ਤੁਸੀਂ ਰਾਜੇ ਹੋ, ਹੈਂ ਬਦਨਾਮੀ ਹੋਏਗੀ। ਫਿਰ ਰਾਜੇ ਨੇ ਆਪਣੀ ਕੁੜੀ ਇੱਕ ਲੂਲੇ ਨਾਲ ਵਿਆਹਤੀ। ਕਿ ਨਹੀਂ, ਕਹਿੰਦਾ ਮੈਂ ਦੇਖਣਾ। ਕਹਿੰਦੀ ਮੈਨੂੰ ਜਿਹੜਾ ਹੈ ਭਗਵਾਨ ਖਾਣ ਨੂੰ ਦਿੰਦਾ, ਮੈਂ ਦੇਖਾਂਗਾ। ਲੂਲਾ ਤਾਂ ਕਮਾ ਨਹੀਂ ਸਕਦਾ, ਦੇਖਾਂਗਾ ਮੈਂ ਕਿਵੇਂ ਖਾਂਦੀ ਹੈ। ਸੱਚੀ ਲੂਲੇ ਨਾਲ ਵਿਆਹ ਕਰਤਾ। ਚਲੋ ਜੀ, ਉਹ ਕਹਿੰਦੀ ਕੋਈ ਗੱਲ ਨਹੀਂ। ਉਹਨੇ ਟੋਕਰੇ 'ਚ ਉਸ ਲੂਲੇ ਨੂੰ ਪਾਇਆ, ਸਿਰ 'ਤੇ ਚੱਕਿਆ, ਉਹਦਾ ਇਲਾਕਾ ਛੱਡਤਾ। ਪੱਟੀ ਦਾ ਇਲਾਕਾ, ਆਪਣੇ ਬਾਪ ਦਾ ਇਲਾਕਾ ਹੀ ਛੱਡਤਾ, ਇਲਾਕੇ ਤੋਂ ਬਾਹਰ ਆ ਗਈ। ਆਪਣਾ ਪਿੰਡ ਜਾਂਦੀ ਹੈ, ਮੰਗ ਕੇ ਆਪਣੇ ਲਈ, ਆਪਣੇ ਪਤੀ ਲਈ ਲੈ ਆਉਂਦੀ ਹੈ, ਰਲ ਕੇ ਖਾ ਲੈਂਦੇ ਨੇ। ਇੱਕ ਦਿਨ ਜਿੱਥੇ ਅੱਜ ਕੱਲ੍ਹ ਸਰੋਵਰ ਬਣਿਆ ਹੋਇਆ ਅੰਮ੍ਰਿਤਸਰ ਦੇ ਵਿੱਚ, ਜਿੱਥੇ ਆਪਾਂ ਇਸ਼ਨਾਨ ਜਾਕਾ, ਜਿਹਦੇ ਵਿੱਚ ਹਰਿਮੰਦਰ ਸਾਹਿਬ ਬਣਿਆ ਹੋਇਆ ਸਰੋਵਰ 'ਚ, ਇੱਥੇ ਛਪੜੀ ਹੁੰਦੀ ਸੀ ਇੱਕ। ਛਪੜੀ ਦੇ ਕੰਢੇ ਜਿਹੜੀ ਦੁੱਖ ਭੰਜਣੀ ਬੇਰੀ ਹੈ, ਇਹ ਸੀ ਬੇਰੀ। ਉਹਨੇ ਆਪਣਾ ਟੋਕਰਾ ਬੇਰੀ ਦੇ ਹੇਠਾਂ ਰੱਖਿਆ ਅਤੇ ਆਪ ਪਿੰਡ ਵਿੱਚੋਂ ਮੰਗਣ ਚਲੀ ਗਈ, ਲੂਲੇ ਟੋਕਰੇ 'ਚ ਪਾ ਕੇ। ਲੂਲੇ ਕੀ ਦੇਖਿਆ ਵੀ ਇੱਕ ਕਾਂ ਹੈ, ਉਹਦੇ ਖੰਭ ਜਿਹੜੇ ਨੇ ਉਹ ਨਹੀਂ ਰਹੇ। ਉਹ ਕੰਢੇ 'ਤੇ ਬੈਠਾ, ਉਹਨੂੰ ਲੱਗੀ ਪਿਆਸ, ਉਹ ਉੱਡ ਸਕਦਾ ਨਹੀਂ। ਉਹ ਨਾ ਰਿੜਦਾ ਰਿੜਦਾ ਪਾਣੀ ਡਿੱਗ ਪਿਆ, ਡਿੱਗ ਪਿਆ। ਕੀ ਦੇਖਦਾ ਲੂਲਾ ਵੀ ਉਹ ਕਾਂ ਤਾਂ ਬਿਲਕੁਲ ਠੀਕ ਹੋ ਗਿਆ, ਉਹ ਤਾਂ ਪਾਣੀ ਪੀ ਕੇ ਉੱਡ ਗਿਆ। ਉਹਨੇ ਕਿਹਾ ਵੀ ਇਸ ਪਾਣੀ ਦੇ ਵਿੱਚ ਤਾਂ ਪਤਾ ਨਹੀਂ ਕਿਹੜੀ ਗੱਲ ਹੈ, ਵੀ ਦੇਖੀ ਜਾਊ। ਉਹ ਵੀ ਟੋਕਰੇ 'ਚ ਰੁੜਦਾ 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 ਉਸ ਛਪੜੀ ਡਿੱਗ ਪਿਆ। ਜਦ ਛਪੜੀ ਡਿੱਗਿਆ, ਉਸ ਪਾਣੀ 'ਚ ਨਹਾਤਾ, ਉਹਦੇ ਨਵਾਂ ਨਰੋਆ ਹੋ ਗਿਆ, ਨੌਜਵਾਨ ਮੁੰਡਾ ਹੋ ਗਿਆ ਅਤੇ ਬਹਿ ਗਿਆ, ਬਾਹਰ ਨਿਕਲ ਗਏ। ਉੱਧਰ ਰਜਨੀ ਆ ਗਈ ਰੋਟੀ ਲੈ ਕੇ। ਉਹ ਕਹਿੰਦੀ ਭਾਈ ਇੱਥੇ ਮੇਰਾ ਘਰ ਵਾਲਾ ਸੀ, ਤੂੰ ਦੇਖਿਆ? ਅੱਗੋਂ ਕਹਿੰਦੇ ਮੈਂ ਹੀ ਤੇਰਾ ਘਰ ਵਾਲਾ। ਕਹਿੰਦੇ ਚੱਲ ਚੱਲ ਬਕਵਾਸ ਨਾ ਕਰ, ਮੇਰਾ ਘਰ ਵਾਲਾ ਤਾਂ ਲੂਲਾ ਸੀ। ਕਹਿੰਦੇ ਨਹੀਂ ਰਜਨੀ, ਮੈਂ ਹੀ ਤੇਰਾ ਘਰ ਵਾਲਾ। ਉਹ ਹੈਰਾਨ ਵੀ ਇਹਨੂੰ ਮੇਰੇ ਨਾਂ ਦਾ ਕਿਵੇਂ ਪਤਾ ਹੈ, ਵੀ ਮੇਰਾ ਨਾਂ ਰਜਨੀ ਹੈ। ਕਹਿੰਦੇ ਨਹੀਂ ਰਜਨੀ, ਮੈਂ ਹੀ ਤੇਰਾ ਘਰ ਵਾਲਾ ਹਾਂ, ਤੂੰ ਮੇਰੀ ਆਵਾਜ਼ ਪਹਿਚਾਨਣ ਦੀ ਕੋਸ਼ਿਸ਼ ਕਰ। ਕਹਿੰਦੀ ਆਵਾਜ਼ ਤਾਂ ਮੇਰੇ ਪਤੀ ਦੀ ਹੀ ਹੈ, ਨਾਮ ਵੀ ਤੈਨੂੰ ਪਤਾ ਹੈ, ਪਰ ਉਹ ਤਾਂ ਲੂਲਾ ਸੀ। ਫਿਰ ਉਹਨੇ ਘਟਨਾ ਸੁਣਾਈ ਵੀ ਇਸ ਤਰ੍ਹਾਂ ਇੱਥੇ ਇੱਕ ਕਾਂ ਸੀ ਕੰਢੇ 'ਤੇ, ਉਹਦੇ ਖੰਭ ਕੋਈ ਨਹੀਂ ਸਨ, ਉਹ ਉੱਡ ਕੇ ਪਾਣੀ ਤੱਕ ਨਹੀਂ ਸੀ ਆ ਸਕਦਾ। ਉਹ ਰਿੜ ਪਿਆ, ਉੱਤੋਂ ਪਾਣੀ ਡਿੱਗਿਆ, ਮੈਂ ਵੇਖ ਰਿਹਾ। ਉਹਦੇ 9 ਬਰਨ ਹੋ ਗਏ ਕਾਂ, ਉਹ ਤਾਂ ਪਾਣੀ ਪੀ ਕੇ ਖੰਭ ਵੀ ਤਾਂ ਠੀਕ ਹੋ, ਉਹ ਤਾਂ ਉੱਡ ਗਿਆ। ਕਹਿੰਦਾ ਮੈਂ ਸੋਚਿਆ ਵੀ ਜੇ ਇਹ ਠੀਕ ਹੋ ਸਕਦਾ ਤੂੰ ਵੀ ਠੀਕ ਹੋ ਜਾਏ। ਕਹਿੰਦਾ ਮੈਂ ਵੀ ਰੁੜਦਾ ਰੁੜਦਾ ਪਾਣੀ ਡਿੱਗ ਪਿਆ, ਮੈਂ ਵੀ ਠੀਕ ਹੋ ਗਿਆ। ਕਹਿੰਦੀ ਨਾ, ਮੈਨੂੰ ਅਜੇ ਵੀ ਪੂਰਾ ਵਿਸ਼ਵਾਸ ਨਹੀਂ ਤੇਰੀ ਗੱਲ 'ਤੇ ਆ ਰਿਹਾ, ਚਲੋ ਚੌਥੇ ਪਾਤਸ਼ਾਹ ਕੋਲ ਚੱਲਦੇ ਹਾਂ, ਉਹ ਫੈਸਲਾ ਕਰਨਗੇ।
ਦੋਨੋਂ ਆ ਗਏ ਚੌਥੇ ਪਾਤਸ਼ਾਹ ਕੋਲ, ਸਾਰੀ ਗੱਲ ਦੱਸੀ ਹੈ। ਚੌਥੇ ਪਾਤਸ਼ਾਹ ਕਹਿੰਦੇ ਬੀਬਾ ਇਹ ਹੈ ਤਾਂ ਤੇਰਾ ਪਤੀ, ਜਿਹੜਾ ਲੂਲਾ ਤੇਰਾ ਪਤੀ ਉਹੀ ਹੈ, ਇਹ ਤੇਰਾ ਪਤੀ ਹੀ ਹੈ। ਉਹ ਪਾਣੀ ਦੇ ਵਿੱਚ ਹੀ ਕੋਈ ਐਸੀ ਹੈਗੀ ਤਾਕਤ ਜਿਸ ਨੇ ਇੰਨਾ ਕੁਛ ਕਰਤਾ। ਚਲੋ ਵੇਖੀਏ ਛਪੜ ਜਾ ਕੇ। ਜਦੋਂ ਸੰਗਤ ਵੀ ਆ ਗਈ, ਚੌਥੇ ਪਾਤਸ਼ਾਹ ਵੀ ਉਹ ਛਪੜੀ 'ਤੇ ਆ ਗਏ। ਉਹਨਾਂ ਨੇ ਆਪਣੀ ਦਿਵ ਦ੍ਰਿਸ਼ਟੀ ਨਾਲ ਵੇਖਿਆ ਵੀ ਓਹੋ, ਇੱਥੇ ਤਾਂ ਸਦੀਆਂ ਪਹਿਲਾਂ ਸਾਧੂ ਭਗਤ ਭਜਨ ਬੰਦਗੀ ਕਰਕੇ ਕਈ ਸਾਲ ਇੱਥੇ ਬੈਠ ਕੇ ਵੀ ਇਹ ਤਾਂ ਧਰਤੀ ਪਵਿੱਤਰ ਹੋ ਗਈ ਹੈ। ਉਹ ਕਹਿੰਦੇ ਇੱਥੇ ਸਰੋਵਰ ਬਣਾਉਣੇ ਆ। ਅਤੇ ਫਿਰ ਜਿਹੜਾ ਹੈ ਸਰੋਵਰ ਦੀ ਖੁਦਾਈ ਸ਼ੁਰੂ ਹੋ ਗਈ, ਸਰੋਵਰ ਬਣਨਾ ਸ਼ੁਰੂ ਹੋ ਗਿਆ। ਹੋਰ ਸੰਗਤ ਆਉਣ ਲੱਗ ਪਈ ਹੈ, ਆਲੇ ਦੁਆਲੇ ਤੋਂ ਵੀ ਸੇਵਾ ਕਰਨ, ਜਿਵੇਂ ਕਾਰ ਸੇਵਾ ਆਪਾਂ ਕਰਦੇ। ਬਹੁਤ ਸਾਰੇ ਉੱਥੇ ਵਸਣ ਲੱਗ ਪਏ ਨੇ ਲੋਕ ਅੰਮ੍ਰਿਤਸਰ ਆ ਕੇ। ਇੱਕ ਦਿਨ ਸਿੱਖਾਂ ਨੇ ਆ ਕੇ ਕਿਹਾ ਚੌਥੇ ਪਾਤਸ਼ਾਹ ਨੂੰ ਵੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਸ਼੍ਰੀ ਚੰਦ ਜੀ ਉਹ ਬਾਰਠ ਪਿੰਡ ਤੋਂ ਤੁਹਾਨੂੰ ਮਿਲਣ ਆ ਰਹੇ ਨੇ। ਜਦੋਂ ਪਠਾਨਕੋਟ ਨੂੰ ਜਾਈਏ ਨਾ, ਪਠਾਨਕੋਟ ਤੋਂ ਕੋਈ 10-11 ਕਿਲੋਮੀਟਰ ਉਰਾਂ ਬਾਰਠ ਪਿੰਡ ਆਉਂਦਾ, ਸੜਕ ਦੇ ਨੇੜੇ ਹੀ ਹੈ, ਜਿੱਥੇ ਸ਼੍ਰੀ ਚੰਦ ਜੀ ਬਹੁਤ ਸਾਲ ਉੱਥੇ ਰਹਿ ਕੇ ਤਪੱਸਿਆ ਕਰਦੇ ਰਹੇ। ਬਾਰਠ ਬੱਬੇ ਨੂੰ ਕੰਨਾ ਰਾਰਾ ਠੱਠਾ ਬਾਰਠ ਪਿੰਡ 'ਚ, ਉੱਥੋਂ ਸ਼੍ਰੀ ਚੰਦ ਜੀ ਮਿਲਣ ਆਏ ਨੇ ਚੌਥੇ ਪਾਤਸ਼ਾਹ ਨੂੰ। ਚੌਥੇ ਪਾਤਸ਼ਾਹ ਨੇ ਬਰਫੀ ਦਾ ਥਾਲ ਲਿਆ, ਕੁਝ ਵਿੱਚ ਮੋਹਰਾਂ ਰੱਖੀਆਂ ਨੇ, ਉੱਤੇ ਰੁਮਾਲਾ ਦਿੱਤਾ, ਨਾਲ ਸੰਗਤ ਲਈ ਹੈ ਅਤੇ ਸਤਿਕਾਰ ਵਜੋਂ ਅੱਗੇ ਮਿਲਣ ਗਏ ਨੇ ਸ਼੍ਰੀ ਚੰਦ ਜੀ ਨੂੰ। ਚਲੋ ਆਦਰ ਮਾਣ ਕੀਤਾ, ਬੜੇ ਪਿਆਰ ਨਾਲ ਸ਼੍ਰੀ ਚੰਦ ਜੀ ਨੇ ਲਿਆਂਦਾ। ਬਚਨ ਬਿਲਾਸ ਹੋ ਰਹੇ ਨੇ। ਸ਼੍ਰੀ ਚੰਦ ਜੀ ਕਹਿੰਦੇ ਪੁਰਖਾ, ਗੁਰੂ ਮਹਾਰਾਜ ਕਹਿੰਦੇ ਪੁਰਖਾ ਆ ਇੰਨੀ ਦਾੜੀ ਕਿਉਂ ਵਧਾਈ ਹੈ? ਕਿਉਂਕਿ ਚੌਥੇ ਪਾਤਸ਼ਾਹ ਦਾ ਜਿਹੜੀ ਦਾੜੀ ਸੀ ਸਾਰੇ ਗੁਰੂ ਤੋਂ ਲੰਮੀ ਸੀ। ਕਹਿੰਦੇ ਪੁਰਖਾ ਆ ਇੰਨੀ ਦਾੜੀ ਕਿਉਂ ਵਧਾਈ ਹੈ? ਅਤੇ ਚੌਥੇ ਪਾਤਸ਼ਾਹ ਅੱਗੋਂ ਆਪਣੀ ਦਾੜੀ ਫੜ ਕੇ ਨਾ ਸ਼੍ਰੀ ਚੰਦ ਜੀ ਦੇ ਚਰਨ ਸਾਫ਼ ਕਰਨ ਲੱਗੇ। ਕਹਿੰਦੇ ਜੀ ਆਪ ਵਰਗੇ ਮਹਾਂਪੁਰਖਾਂ ਦੇ ਚਰਨ ਸਾਫ਼ ਕਰਨ ਲਈ ਵਧਾਈ ਹੈ। ਸ਼੍ਰੀ ਚੰਦ ਕਹਿੰਦੇ ਅੱਜ ਮੈਨੂੰ ਪਤਾ ਲੱਗਿਆ ਸਾਨੂੰ ਗੁਰਗੱਦੀ ਕਿਉਂ ਨਹੀਂ ਮਿਲੀ। ਕਹਿੰਦੇ ਤੁਸੀਂ ਸੇਵਕ ਜਿਹੜੇ ਸੀ ਨਾ, ਤੁਹਾਡੀ ਜਿਹੀ ਨਿਮਰਤਾ ਹੀ ਇੰਨੀ ਸੀ ਕਿ ਤੁਸੀਂ ਸੇਵਾ ਕਰ ਕਰਕੇ ਗੁਰਗੱਦੀ ਲੈ ਗਏ। ਅੱਜ ਮੈਨੂੰ ਪਤਾ ਲੱਗਿਆ ਸਾਨੂੰ ਕਿਉਂ ਨਹੀਂ ਮਿਲੀ। ਕਿੰਨੀ ਨਿਮਰਤਾ ਵੀ ਆਪ ਜੀ ਵਰਗੇ ਮਹਾਂਪੁਰਖਾਂ ਦੇ ਚਰਨ ਸਾਫ਼ ਕਰਨ ਲਈ ਕਹਿੰਦੇ ਦਾੜੀ ਵਧਾਈ ਹੋਈ ਹੈ। ਜਦੋਂ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਹੈ, ਕੁਝ ਤਾਂ ਜਦੋਂ ਕੋਈ ਵੀ ਬਿਲਡਿੰਗ ਬਣਦੀ ਹੈ ਗੁਰਦੁਆਰਾ ਸਾਹਿਬ ਦੀ, ਮੰਦਰ ਦੀ, ਕਾਸੇ ਦੀ, ਕੁਝ ਵਰਕਰ ਪੇਡ ਹੁੰਦੇ ਨੇ, ਜਿਵੇਂ ਮਿਸਤਰੀ ਹੋ ਗਏ, ਕੁਝ ਮਜ਼ਦੂਰ ਨੇ ਜਿਨ੍ਹਾਂ ਨੂੰ ਤਨਖਾਹ ਦਿੱਤੀ ਜਾਂਦੀ ਹੈ, ਕੁਝ ਲੋਕ ਆ ਕੇ ਸੇਵਾ ਕਰ ਜਾਂਦੇ ਨੇ। ਇੱਕ ਦਿਨ ਬਹੁਤਾ ਚੜ੍ਹਾਵਾ ਨਾ ਆਇਆ, ਪੈਸੇ ਥੁੜ ਗਏ ਅਤੇ ਉਹ ਮਿਸਤਰੀ ਮਜ਼ਦੂਰਾਂ ਨੂੰ ਦੇਣੀ ਸੀ ਦਿਹਾੜੀ। ਗੁਰੂਆਂ ਦੇਖਿਆ ਵੀ ਉਹ ਜਿਹੜਾ ਰੇਹੜੀ ਵਾਲਾ ਨਾ ਉਹਦੇ ਕੋਲ ਖੁਸ਼ ਹੋਊਗਾ, ਉਹਦੇ ਕੋਲ ਚਲੇ ਗਏ। ਉਹਦਾ ਨਾਂ ਸੀ ਸੁਮਾਨ ਸ਼ਾਹ, ਉਹਦਾ ਨਾਂ ਸੀ। ਕਹਿੰਦੇ ਸੁਮਾਨ ਸ਼ਾਹ ਸਾਨੂੰ ਪੈਸਿਆਂ ਦੀ ਲੋੜ ਪੈ ਗਈ ਹੈ, ਕਿੰਨੇ ਨੇ ਤੇਰੇ ਕੋਲ ਪੈਸੇ? ਉਹਨੇ ਗਿਣੇ ਕਿ ਇੰਨੇ। ਕਹਿੰਦੇ ਸਾਨੂੰ ਦੇ ਦੇ। ਉਹਨੇ ਕਿਹਾ 7 ਵਜੇ ਲੈ ਲਓ ਜੀ। ਅਗਲੇ ਦਿਨ ਗੁਰੂ ਮਹਾਰਾਜ ਫਿਰ ਸ਼ਾਮ ਨੂੰ ਉਹਦੇ ਕੋਲ ਗਏ। ਸੁਮਾਨ ਸ਼ਾਹ ਅੱਜ ਤੇਰੇ ਕੋਲ ਕਿੰਨੇ ਨੇ? ਕਹਿੰਦੇ ਜੀ ਇੰਨੇ ਨੇ। ਕਹਿੰਦੇ ਇਹ ਵੀ ਸਾਨੂੰ ਦੇ ਦੇ। ਉਹਨੇ ਕਿਹਾ 7 ਵਜੇ ਲੈ ਜਾਓ ਜੀ। ਤੀਜੇ ਦਿਨ ਸੁਮਾਨ ਸ਼ਾਹ ਆਪ ਹੀ ਜਿੰਨੇ ਪੈਸੇ ਸ਼ਾਮ ਨੂੰ ਵਟੇ ਸਨ ਆ ਕੇ ਲੈ ਆਇਆ। ਕਹਿੰਦੇ ਲਓ ਮਹਾਰਾਜ ਜੀ ਅੱਜ ਇੰਨੇ ਵਟੇ ਨੇ। ਕਹਿੰਦੇ ਸੁਮਾਨ ਸ਼ਾਹ ਤੂੰ ਸ਼ਾਹਾਂ ਦਾ ਸ਼ਾਹ, ਸੁਮਾਨ ਸ਼ਾਹ ਤੂੰ ਸ਼ਾਹਾਂ ਦਾ ਸ਼ਾਹ। ਬਚਨ ਹੋ ਗਿਆ, ਸਾਧ ਬਚਨ ਅਟਲੱਦ, ਬਚਨ ਨਹੀਂ ਟਲਿਆ ਕਰਦੇ। ਉਹ ਕੁਝ ਹੀ ਸਾਲਾਂ 'ਚ ਵਾਕਈ ਬਹੁਤ ਵੱਡਾ ਸ਼ਾਹੂਕਾਰ ਹੋ ਗਿਆ।
ਇਹ ਨੇੜੇ ਇੱਕ ਪਿੰਡ ਸੀ ਅੰਮ੍ਰਿਤਸਰ ਦੇ, ਉੱਥੇ ਇੱਕ ਜਗੀਰਦਾਰ ਰਹਿੰਦਾ ਸੀ, ਭਾਈ ਉਦਮ। ਉਹਦੇ ਘਰ ਪੁੱਤਰ ਕੋਈ ਨਹੀਂ ਸੀ, ਲੜਕੀ ਸੀ। ਕਿਸੇ ਨੇ ਕਿਹਾ ਵੀ ਤੁਸੀਂ ਨਾ ਗੁਰੂ ਘਰ ਦੀ ਜਾ ਕੇ ਸੇਵਾ ਕਰੋ, ਕੀ ਪਤਾ ਗੁਰੂ ਮਹਾਰਾਜ ਖੁਸ਼ ਹੋ ਕੇ ਤੁਹਾਨੂੰ ਪੁੱਤਰ ਦੀ ਦਾਤ ਦੇ ਦੇਣ। ਉਹ ਤਿੰਨੋਂ ਜੀ ਆ ਗਏ, ਆਪ ਉਦਮ, ਘਰ ਵਾਲੀ ਅਤੇ ਲੜਕੀ। ਉਦਮ ਕਹਿੰਦਾ ਆਪਣੀ ਘਰ ਵਾਲੀ ਅਤੇ ਲੜਕੀ ਵੀ ਤੁਸੀਂ ਨਾ ਲੰਗਰ ਦੀ ਸੇਵਾ ਕਰਿਆ ਕਰੋ, ਜੂਠੇ ਬਰਤਨ ਮਾਂਜਿਆ ਕਰੋ, ਝਾੜੂ ਫੇਰਿਆ ਕਰੋ, ਲੰਗਰ ਤਿਆਰ ਕਰਿਆ ਕਰੋ। ਉੱਤੇ ਉਸ ਇਲਾਕੇ 'ਚ ਜੰਗਲ ਬਹੁਤ ਸਨ ਪੁਰਾਣੇ ਜ਼ਮਾਨੇ 'ਚ ਹੁੰਦੇ। ਕਹਿੰਦੇ ਮੈਂ 2 ਪੰਡਾਂ ਲੱਕੜਾਂ ਦੀਆਂ ਜੰਗਲ 'ਚ ਵੱਢ ਕੇ ਲਿਆ ਕਰਾਂਗਾ, ਇੱਕ ਘਰ ਰੱਖ ਲਿਆ ਕਰਾਂਗਾ, ਇੱਕ ਕਿਉਂਕਿ ਭਾਈ ਆਪਾਂ ਲੰਗਰ ਛਕਦੇ ਹਾਂ ਇੱਥੇ, ਬਈ ਮੁਫਤ ਨਹੀਂ ਛਕਣਾ ਚਾਹੀਦਾ, ਅਤੇ ਇੱਕ ਪੰਡ ਰੋਜ਼ ਜਿਹੜਾ ਹੈ ਲੰਗਰ 'ਚ ਦੇ ਦਿਆ ਕਰਾਂ, ਲੱਕੜਾਂ ਦੀ ਪੰਡ। ਇਹੀ ਕਰਦੇ ਰਹੇ ਜੀ। 90 ਦਿਨ ਬੀਤ ਗਏ। ਕੀ ਹੋਇਆ ਬਈ ਝੜੀ ਲੱਗ ਗਈ। ਜਿੰਨਾ ਲੰਗਰ ਦੀ ਲੱਕੜ ਸੀ ਗੁਰੂ ਘਰ 'ਚ ਉਹ ਸਾਰੀ ਖਤਮ ਹੋ ਗਈ। ਸੁੱਕੀ ਲੱਕੜੀ ਕਿਤੋਂ ਮਿਲ ਨਹੀਂ ਰਹੀ। ਸੰਗਤ ਗੁਰੂ ਮਹਾਰਾਜ ਦੇ ਸਾਹਮਣੇ ਬੈਠੀ ਹੈ। ਲਾਂਗਰੀ ਨੇ ਆ ਕੇ ਕਿਹਾ ਮਹਾਰਾਜ ਜੀ ਵੀ ਲੱਕੜ ਕਿਤੋਂ ਨਹੀਂ ਮਿਲ ਰਹੀ ਸੁੱਕੀ, ਅਤੇ ਸਵੇਰੇ ਲੰਗਰ ਨਹੀਂ ਤਿਆਰ ਹੋਵੇਗਾ। ਉਹ ਕਹਿੰਦੇ ਭਾਈ ਇਹ ਗੁਰੂ ਨਾਨਕ ਦੇਵ ਜੀ ਦੇ ਲੰਗਰ ਹੈ, ਉਹ ਜਾਣਨ, ਉਹਨਾਂ ਦਾ ਕੰਮ ਜਾਣੇ, ਤੂੰ ਨਾ ਚਿੰਤਾ ਕਰ। ਭਾਵੇਂ ਲੰਗਰ ਆਪਾਂ ਹੀ ਲਾਉਣੇ ਆ, ਪਰ ਕਹਿੰਦੇ ਭਾਈ ਗੁਰੂ ਕਾ ਲੰਗਰ ਤਿਆਰ ਹੈ, ਸੰਗਤ ਨੂੰ ਬੇਨਤੀ ਛਕ ਕੇ ਜਾਓ। ਲੰਗਰ ਤਾਂ ਤੁਸੀਂ ਆਪਣੇ ਪੈਸੇ ਘਰ, ਮੰਨ ਲਓ ਤੁਸੀਂ ਘਰ ਅਖੰਡ ਪਾਠ ਕਰਾਉਂਦੇ ਹੋ, ਸੰਗਤ ਆਈ ਹੈ, ਇਹੀ ਕਹਿੰਦੇ ਨਾ ਭਾਈ ਗੁਰੂ ਕਾ ਲੰਗਰ ਤਿਆਰ ਹੈ, ਲੰਗਰ ਛਕ ਕੇ ਸਾਰੀ ਸੰਗਤ ਨੇ ਜਾਣਾ ਹੈ। ਗੁਰੂ ਕਾ ਲੰਗਰ ਹੈ, ਇਹ ਨਹੀਂ ਕਹਿੰਦੇ ਸਾਡਾ ਲੰਗਰ ਹੈ ਜੀ, ਸਾਡਾ ਲੰਗਰ ਛਕ ਕੇ ਜਾਓ ਜੀ, ਇਹ ਨਹੀਂ ਕਹਿੰਦੇ। ਉਹ ਕਹਿੰਦੇ ਕੋਈ ਨਹੀਂ, ਇਹ ਗੁਰੂ ਨਾਨਕ ਦੇਵ ਦੇ ਲੰਗਰ ਹੈ, ਉਹ ਜਾਣਨ, ਉਹਨਾਂ ਦਾ ਕੰਮ ਜਾਣੇ, ਤੂੰ ਨਾ ਚਿੰਤਾ ਕਰ। ਉੱਥੇ ਕਿਤੇ ਉਦਮ, ਉਹਦੀ ਘਰਵਾਲੀ ਅਤੇ ਉਹਦੀ ਲੜਕੀ ਗੱਲ ਸੁਣ ਰਹੇ ਸੀ, ਸੰਗਤ 'ਚ ਬੈਠੇ। ਉਦਮ ਨੇ ਆਪਣੀ ਘਰਵਾਲੀ ਨੂੰ ਅੱਡ ਸੱਦਿਆ, ਕਹਿੰਦੇ ਮੇਰੇ ਕੋਲ 90 ਪੰਡਾਂ ਲੱਕੜ ਹੋ ਗਈ ਹੈ ਘਰ, ਆਪਾਂ ਐਂ ਕਹਿੰਦੇ ਵੀ ਰਾਤੇ ਰਾਤ ਢੋਈ ਜਾਂਦੇ ਹਾਂ ਤਾਂ ਜੋ ਸਵੇਰੇ ਲੰਗਰ ਤਿਆਰ ਹੋ ਜਾਏ। ਜਦੋਂ ਉਹਨੇ 5-6 ਗੇੜੇ ਲਾਏ, ਉੱਥੇ ਜਿਹੜੇ ਹੋਰ ਸੇਵਾਦਾਰ ਜਾਗਦੇ ਸਨ, ਉਹ ਕਹਿੰਦੇ ਵੀ ਤੁਸੀਂ ਲੱਕੜਾਂ ਕਿੱਥੋਂ ਲੈ ਕੇ ਆਓ? ਉਹ ਕਹਿੰਦੇ ਸਾਡੇ ਘਰ ਬਹੁਤ ਲੱਕੜਾਂ ਪਈਆਂ। ਉਹ ਵੀ ਨਾਲ ਰਲ ਗਏ ਵੀ ਚਲੋ ਯਾਰ ਤੁਹਾਨੂੰ ਔਖਾ ਹੋਊਗਾ, ਦੂਰ ਜਾਣ, ਪਾਣੀ ਚੱਕ ਕੇ ਲਿਆਉਣੀ। ਉਹ ਸਾਰੇ ਨਾਲ ਰਲ ਗਏ। ਉਹਨਾਂ ਨੇ ਰਾਤੇ ਰਾਤ 90 ਦੀ 90 ਪੰਡਾਂ ਢੋ ਕੇ ਸਵੇਰੇ ਲੰਗਰ ਹੋ ਗਿਆ ਤਿਆਰ। ਉਹੀ ਲਾਂਗਰੀ ਗੁਰੂ ਮਹਾਰਾਜ ਕੋਲ ਆਇਆ ਜੀ, ਭੋਗ ਲਾਓ ਜੀ, ਲੰਗਰ ਤਿਆਰ ਹੋ ਗਿਆ। ਉਹ ਕਹਿੰਦੇ ਵੀ ਤੂੰ ਤਾਂ ਕਹਿੰਦਾ ਸੀ ਲੱਕੜਾਂ ਹੈ ਨਹੀਂ, ਲੰਗਰ ਨਹੀਂ ਤਿਆਰ, ਇਹ ਕਿਵੇਂ ਹੋ ਗਿਆ ਤਿਆਰ? ਉਹ ਕਹਿੰਦੀ ਇੱਥੇ ਇੱਕ ਭਾਈ ਉਦਮ ਹੈ, ਉਹ 3 ਜੀ ਨੇ, ਉਹ ਕਈ ਮਹੀਨਿਆਂ ਤੋਂ ਸੇਵਾ ਕਰਦੇ ਨੇ, ਉਹਨਾਂ ਦੇ ਘਰ ਲੱਕੜਾਂ ਸਨ। ਉਹ ਕਹਿੰਦਾ ਮੇਰੇ ਘਰ ਲੱਕੜਾਂ ਨੇ, ਆਓ ਆਪਾਂ ਲੈ ਆਈਏ। ਉਹਨੇ ਸਾਰੀ ਲੱਕੜਾਂ ਦਿੱਤੀਆਂ, ਇਹ ਕਹਿੰਦੇ ਸੱਦ ਕੇ ਲਿਆਓ। ਹਾਂ, ਕਹਿੰਦੇ ਕੀ ਨਾਂ ਪੈ ਤੇਰਾ? ਕਹਿੰਦੇ ਮੇਰਾ ਨਾਂ ਉਦਮ ਹੈ। ਅੱਛਾ ਭਾਈ ਉਦਮ, ਅਸੀਂ ਤੇਰੀ ਸੇਵਾ 'ਤੇ ਬਹੁਤ ਖੁਸ਼ ਹਾਂ, ਮੰਗ ਕੀ ਮੰਗਦੇ? ਆਏ ਤਾਂ ਪੁੱਤਰ ਲੈਣ ਸਨ, ਉਮਰ ਵੱਡੀ ਹੋ ਗਈ ਹੈ, ਚਿੱਟੀ ਦਾੜੀ ਹੋ ਗਈ ਹੈ, ਮੰਗਦਾ ਵੀ ਸੰਗਦਾ ਚੁੱਪ। ਕਹਿੰਦੇ ਭਾਈ ਮੰਗ ਕੀ ਮੰਗਦਾ? ਅਸੀਂ ਤੇਰੀ ਸੇਵਾ 'ਤੇ ਖੁਸ਼ ਹਾਂ। ਉਹ ਫਿਰ ਚੁੱਪ। ਕਹਿੰਦੇ ਭਾਈ ਸਾਡਾ ਤੀਜਾ ਬਚਨ ਹੈ, ਮੰਗ ਕੀ ਮੰਗਦਾ? ਲੜਕੀ ਉੱਠ ਖੜੀ, ਕਹਿੰਦੇ ਮਹਾਰਾਜ ਜੀ ਮੈਨੂੰ ਭਰਾ ਚਾਹੀਦਾ। ਕਹਿੰਦੇ ਅੱਛਾ, ਅਗਲੇ ਸਾਲ ਭਰਾ ਹੋ ਜਾਏਗਾ। ਅਗਲੇ ਸਾਲ ਲੜਕਾ ਹੋ ਗਿਆ ਘਰ। ਆਏ ਲੜਕਾ ਲੈ ਕੇ, ਬੜਾ ਧੰਨਵਾਦ ਕਰਦੇ ਗੁਰੂ ਮਹਾਰਾਜ ਦਾ। ਗੁਰੂ ਮਹਾਰਾਜ ਲੜਕੇ ਵੱਲ ਵੇਖਿਆ, ਕਹਿੰਦੇ ਇਹ ਤੁਹਾਡੇ ਖਾਨਦਾਨ ਦੇ ਵਿੱਚੋਂ ਨਾ ਇੱਕ ਰਾਜਾ ਬਣੇਗਾ, ਉਹ ਸਿੱਖ ਕੌਮ ਦੀ ਬਹੁਤ ਸੇਵਾ ਕਰੇਗਾ। ਇਸੇ ਖਾਨਦਾਨ 'ਚ, ਇਹ ਲੜਕੇ ਦੇ ਖਾਨਦਾਨ 'ਚ।
ਆ ਜਿਹੜਾ ਸੂਰਜ ਪ੍ਰਕਾਸ਼ ਦੀ ਤੁਸੀਂ ਇੱਕ ਰੋਜ਼ ਕਥਾ ਸੁਣਦੇ ਇਤਿਹਾਸਕ ਗੁਰਦੇ, ਇਹ 1841 ਈਸਵੀ ਵਿੱਚ ਲਿਖੀ ਗਈ ਕਿਤਾਬ ਹੈ। ਭਾਈ ਸੰਤੋਖ ਸਿੰਘ ਜੀ ਅੰਮ੍ਰਿਤਸਰ ਦੇ ਰਹਿਣ ਵਾਲੇ ਸਨ। ਉਹਨਾਂ ਤੋਂ ਕੈਥਲ ਦਾ ਰਾਜਾ, ਉਸੇ ਖਾਨਦਾਨ ਦੇ ਕੈਥਲ ਦਾ ਰਾਜਾ ਉਦੇ ਸਿੰਘ ਹੋਇਆ। ਕੈਥਲ ਦਾ ਰਾਜਾ ਉਦੇ ਸਿੰਘ ਹੋਇਆ ਉਸੇ ਖਾਨਦਾਨ ਦੇ ਵਿੱਚੋਂ। ਉਹਦੀ ਇੱਛਾ ਹੋਈ ਮੈਂ 10 ਗੁਰੂਆਂ ਦਾ ਜੀਵਨ ਲਿਖਵਾਵਾਂ, ਵੀ ਕੋਈ ਵਿਦਵਾਨ ਚਾਹੀਦਾ। ਉਹਨੂੰ ਕਿਸੇ ਦੱਸੇ ਵੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਨਾ ਜਿਹੜਾ ਭਾਈ ਸੰਤੋਖ ਸਿੰਘ ਚੂੜਾਮਣੀ ਹੈ, ਉਹ ਬਹੁਤ ਵਿਦਵਾਨ ਹੈ। ਉਹਨੂੰ ਸੱਦ ਲੈਂਦਾ, ਕਹਿੰਦੇ ਵੀ ਆਹ ਸਾਰਾ ਪਿੰਡ ਤੈਨੂੰ ਦਿੱਤਾ। ਜਦੋਂ ਕੈਥਲ ਨੂੰ ਜਾਈਏ, ਕੈਥਲ ਥੋੜ੍ਹਾ ਹੀ ਉਰਾਂ ਸੜਕ ਦੇ ਉੱਤੇ ਬਹੁਤ ਵੱਡਾ ਪਿੰਡ ਹੈ, ਕਿ ਤੈਨੂੰ ਜਗੀਰ ਵਜੋਂ ਦਿੱਤਾ, ਵੀ ਜੋ ਮਾਮਲਾ ਹੋਏਗਾ ਤੇਰਾ। 4 ਕਮਰੇ ਰਹਿਣ ਨੂੰ ਦਿੱਤੇ, 4 ਅੱਗੇ ਨੌਕਰ ਦਿੱਤੇ, ਘੋੜਾ ਦਿੱਤਾ, ਵੀ ਕਿਤੇ ਤੂੰ ਇੱਕ ਥਾਂ ਦੂਜੀ ਥਾਂ 'ਤੇ ਜਾਣਾ ਹੋਵੇ, ਤੁਹਾਨੂੰ ਪੈਸੇ ਚਾਹੀਦੇ ਹੁਣ, ਉਹ ਮੈਨੂੰ ਦੱਸਣਾ ਹੈਗਾ ਹੈ, ਅਤੇ ਮੈਂ ਨਾ 10 ਗੁਰੂਆਂ ਦੇ ਜੀਵਨ ਲਿਖਵਾਉਣੇ। ਅਤੇ ਫਿਰ ਜਿਹੜਾ ਹੈ 1841 ਈਸਵੀ 'ਚ ਜਿਹੜਾ ਰਾਜਾ ਉਦੇ ਸਿੰਘ ਨੇ ਭਾਈ ਸੰਤੋਖ ਸਿੰਘ ਤੋਂ ਇਹ ਸੂਰਜ ਪ੍ਰਕਾਸ਼ ਲਿਖਵਾਇਆ, ਜਿਹਦੀ ਕਥਾ ਕੀਤੀ 10 ਗੁਰੂਆਂ ਦੀ। ਉਹ ਉਸੇ ਭਾਈ ਉਦਮ ਦੇ ਅੱਗੇ ਜਿਹੜਾ ਪੁੱਤਰ ਹੋਇਆ, ਉਸੇ ਖਾਨਦਾਨ 'ਚੋਂ ਅੱਗੇ ਇਹ ਹੋਇਆ। ਇੱਕ ਵਾਰ ਇੱਕ ਵਿਦਵਾਨ ਪੰਡਤ ਆਇਆ, ਉਹ ਗੁਰੂ ਮਹਾਰਾਜ ਨੂੰ ਕਹਿੰਦਾ ਵੀ ਤੁਸੀਂ ਕਹਿੰਦੇ ਹੋ ਤੀਰਥ ਇਸ਼ਨਾਨ ਅਤੇ ਤੀਰਥਾਂ 'ਤੇ ਇਸ਼ਨਾਨ ਕਰਨਾ ਮੁਕਤੀ ਨਹੀਂ ਮਿਲਦੀ। ਜਿਹੜੇ ਤੁਹਾਡੇ ਗੁਰੂ ਹੋਏ ਗੁਰੂ ਅਮਰਦਾਸ ਮਹਾਰਾਜ, ਉਹ 22 ਵਾਰ ਤੀਰਥਾਂ 'ਤੇ ਗਏ ਅਤੇ ਤੁਸੀਂ ਤੀਰਥਾਂ ਨੂੰ ਮੰਨਦੇ ਨਹੀਂ ਹੈਗੇ। ਕਹਿੰਦੇ ਭਾਈ 21 ਵਾਰ ਤੋਂ ਨਿਗੋਰੇ ਸਨ, ਉਹ ਨਿਗੋਰੇ ਸਨ ਅਤੇ ਇਸ ਲਈ ਤੀਰਥਾਂ 'ਤੇ ਜਾਂਦੇ ਰਹੇ। ਜਦੋਂ ਗੁਰੂ ਵਾਲੇ ਹੋ ਗਏ, ਉਹਨਾਂ ਨੂੰ ਗਿਆਨ ਹੋ ਗਿਆ, ਉਹ ਗੁਰੂ ਆਪ ਬਣ ਗਏ, ਫਿਰ ਉਹ ਪ੍ਰਚਾਰ ਲਈ 12ਵੀਂ ਵਾਰ ਗਏ ਤੀਰਥ ਸਥਾਨਾਂ 'ਤੇ। ਇਸ਼ਨਾਨ ਕਰਨ ਨਹੀਂ ਗਏ, ਪ੍ਰਚਾਰ ਕਰਨ ਗਏ ਸਿੱਖ ਧਰਮ ਦਾ, ਕਿ ਤੁਹਾਨੂੰ ਮੁਕਤੀ ਇਸ਼ਨਾਨਾਂ ਨਾਲ ਨਹੀਂ ਮਿਲਣੀ, ਤੁਹਾਨੂੰ ਮੁਕਤੀ ਤਾਂ ਨਾਮ ਜਪ ਕੇ ਮਿਲਣੀ ਹੈ। ਕਹਿੰਦੇ ਇਸ ਲਈ ਗਏ। ਫਿਰ ਉਸ ਪੰਡਿਤ ਨੇ ਸਿੱਖ ਧਰਮ ਦਾ ਗਿਆਨ ਹਾਸਲ ਕੀਤਾ ਅਤੇ ਫਿਰ ਸਾਰੀ ਉਮਰ ਉੱਥੇ ਹੀ ਰਿਹਾ। ਇੰਨਾ ਪ੍ਰਭਾਵਿਤ ਹੋ ਗਿਆ, ਉੱਥੇ ਰਹਿਣ ਲੱਗ ਪਿਆ। ਸਮਾਂ ਆਇਆ 1581 ਈਸਵੀ ਹੋ ਗਈ। 1534 ਈਸਵੀ 'ਚ ਚੌਥੇ ਪਾਤਸ਼ਾਹ ਪੈਦਾ ਹੋਏ। 47 ਸਾਲ ਦੇ ਜਦੋਂ ਹੋਏ 1581 'ਚ, ਉਹਨੇ ਦੇਖਿਆ ਵੀ ਸਾਡਾ ਅੰਤਮ ਸਮਾਂ ਆ ਰਿਹਾ ਹੈ। ਉਹਨੇ ਦੇਖਿਆ ਜਿਹੜੇ ਮੇਰੇ 3 ਸਾਹਿਬਜ਼ਾਦੇ ਹਨ, ਜਿਹੜਾ ਵੱਡਾ ਪ੍ਰਿਥੀ ਚੰਦ ਹੈ, ਇਹ ਸੰਸਾਰਕ ਤੌਰ 'ਤੇ ਤਾਂ ਸਿਆਣਾ ਹੈ, ਪਰ ਅਧਿਆਤਮਿਕ ਤੌਰ 'ਤੇ ਉੱਚੀ ਅਵਸਥਾ ਦਾ ਨਹੀਂ ਹੈ, ਇਸ ਲਈ ਇਹਨੂੰ ਨਹੀਂ ਗੁਰੂ ਬਣਾਇਆ ਜਾ ਸਕਦਾ। ਜਿਹੜਾ ਬਾਬਾ ਮਹਾਦੇਵ ਸਿੰਘ ਦੂਜਾ ਲੜਕਾ, ਉਹ ਵੈਸੀ ਅਵਧੂਤ ਸਨ, ਉਹਨਾਂ ਦੀ ਰੁਚੀ ਹੀ ਕੋਈ ਨਹੀਂ ਸੀ ਕਾਸੇ 'ਚ। ਉਹ ਕਹਿੰਦੇ ਵੀ ਇਹ ਵੀ ਨਹੀਂ ਗੁਰਗੱਦੀ ਦੀ ਜ਼ਿੰਮੇਵਾਰੀ ਚੱਕ ਸਕਦਾ। ਤੀਸਰੇ ਪਾਤਸ਼ਾਹ ਜੇ 18 ਸਾਲਾਂ, ਪੰਚਮ ਪਾਤਸ਼ਾਹ ਜਿਹੜੇ ਬਣੇ ਗੁਰੂ ਅਰਜਨ ਦੇਵ ਮਹਾਰਾਜ ਤੀਸਰਾ ਸਾਹਿਬਜ਼ਾਦੇ, ਉਹ ਫਿਰ ਜਿਹੜਾ 18 ਸਾਲ ਦੇ ਸਨ ਅਜੇ, ਅਤੇ ਉਹਨਾਂ ਨੂੰ ਫਿਰ 1581 ਈਸਵੀ 'ਚ 47 ਸਾਲ ਦੀ ਉਮਰ 'ਚ ਚੌਥੇ ਪਾਤਸ਼ਾਹ ਤੋਂ 47 ਸਾਲ ਦੀ ਉਮਰ ਹੋ ਗਈ ਸੀ ਜਦੋਂ ਸਰੀਰ ਤਿਆਗਿਆ। ਪੰਚਮ ਪਾਤਸ਼ਾਹ ਨੂੰ ਗੁਰਗੱਦੀ ਦੇ ਕੇ ਆਪ ਜੀ ਜੋਤੀ ਜੋਤ ਸਮਾ ਗਏ, ਕਿਉਂਕਿ ਕੱਲ੍ਹ ਨੂੰ ਉਹਨਾਂ ਦਾ ਪ੍ਰਕਾਸ਼ ਦਿਹਾੜਾ ਸਾਰੇ ਸੰਸਾਰ 'ਚ ਮਨਾਇਆ ਜਾ ਰਿਹਾ। ਅਤੇ ਮੈਂ ਕਿਹਾ ਵੀ ਸੰਗਤ ਨੂੰ ਉਹਨਾਂ ਦੇ ਜੀਵਨ ਬਾਰੇ ਥੋੜ੍ਹਾ ਬਹੁਤਾ ਗਿਆਨ ਹੋਣਾ ਚਾਹੀਦਾ ਹੈ। ਹੁਣ ਆਪਣੇ ਜਿਹੜੇ 5-6 ਮਿੰਟ ਨੇ ਨਾ, ਉਹ ਬਾਣੀ ਰਾਹੀਂ ਉਹਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ, ਥੋੜ੍ਹਾ ਜਿਹਾ ਆਪਾਂ ਇਸ 'ਤੇ ਵਿਚਾਰ ਕਰ ਲਈਏ। ਚੌਥੇ ਪਾਤਸ਼ਾਹ ਕਹਿੰਦੇ, ਹਰ ਧਿਆਵੋ ਸੰਤੋ ਜੀ, ਸਭ ਦੁੱਖ ਵਿਸਾਰਨ ਹਾਰ। ਸੰਤੋ ਭਾਵ ਹੇ ਭਲੇ ਪੁਰਸ਼ੋ, ਹੇ ਭਲੇ ਪੁਰਸ਼ੋ, ਤੁਸੀਂ ਪਰਮਾਤਮਾ ਦਾ ਨਾਮ ਜਪੋ। ਪਰਮਾਤਮਾ ਜਿਹੜੇ ਦਾ ਨਾਮ ਹੈ ਨਾ, ਸਭ ਦੁੱਖ ਵਿਸਾਰਨ ਹਾਰ। ਪਰਮਾਤਮਾ ਦਾ ਨਾਮ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ, ਇਸ ਲਈ ਤੁਸੀਂ ਨਾਮ ਜਪੋ। ਹੈਰਾਨੀ ਦੀ ਗੱਲ ਹੈ ਕਿ ਮਨੁੱਖ ਦੁਖੀ ਹੈ। ਜੇ ਇਹਨੂੰ ਕਹੋ ਵੀ ਚੌਥੇ ਪਾਤਸ਼ਾਹ ਕਹਿੰਦੇ ਨੇ ਤੁਸੀਂ ਨਾਮ ਜਪੋ, ਤੁਸੀਂ ਸੁਖੀ ਹੋ ਜਾਓਗੇ, ਇਹ ਨਹੀਂ ਨਾਮ ਜਪਦਾ।
ਗੁਰੂ ਮਹਾਰਾਜ ਤਾਂ ਸਿੱਖੇ ਹੀ ਦੇ ਸਕਦੇ ਨੇ, ਉਸ 'ਤੇ ਅਮਲ ਕਰਨਾ ਜਾਂ ਨਾ ਕਰਨਾ ਇਹ ਤਾਂ ਸਾਡੇ 'ਤੇ ਨਿਰਭਰ ਹੈ। ਜੇ ਅਸੀਂ ਚਾਹੁੰਦੇ ਹਾਂ ਵਾਕਈ ਅਸੀਂ ਸੁਖੀ ਹੋ ਜਾਈਏ, ਦੇਖੋ ਪੰਚਮ ਪਾਤਸ਼ਾਹ ਦਾ ਨਤੀਜਾ, ਸੁਖ ਨਾ ਹੀ ਰੇ ਹਰ ਭਗਤ ਬਿਨਾ। ਪਰਮਾਤਮਾ ਦੀ ਭਗਤੀ ਤੋਂ ਬਿਨਾਂ ਸੁਖ ਹੈ ਹੀ ਨਹੀਂ ਹੈ। ਇਹੀ ਗੱਲ ਚੌਥੇ ਪਾਤਸ਼ਾਹ ਕਹਿ ਰਹੇ ਨੇ, ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨ ਹਰ। ਬਈ ਪਰਮਾਤਮਾ ਸਾਰੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ, ਇਸ ਲਈ ਉਹਦਾ ਨਾਮ ਜਪੋ। ਨਾਮ ਜਿਹੜਾ ਸਾਰੇ ਦੁੱਖਾਂ ਨੂੰ ਦੂਰ ਕਰ ਦੇਗਾ। ਫਿਰ ਅੱਗੇ ਕਹਿੰਦੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਜਿਨ ਹਰ ਸੇਵਿਆ, ਜਿਸ ਨੇ ਪਰਮਾਤਮਾ ਦਾ ਸਿਮਰਨ ਕੀਤਾ, ਤਿਨ ਸੁਖ ਪਾਇਆ, ਉਹਨੂੰ ਸੁਖ ਮਿਲ ਗਿਆ। ਅਸੀਂ ਦੁਖੀ ਹਾਂ, ਇਹ 'ਚ ਕੋਈ ਸ਼ੱਕ ਨਹੀਂ, ਨਾ ਪੁੱਛਣ ਦੀ ਲੋੜ ਹੈ, ਕਿਉਂਕਿ ਨਿਰਣਾ ਬਣ ਨਾਨਕ ਦੁਖੀਆ ਸਭ ਸੰਸਾਰ। ਇਹ ਨਿਰਣਾ 2600 ਸਾਲ ਪਹਿਲਾਂ ਮਹਾਤਮਾ ਬੁੱਧ ਨੇ ਵੀ ਇਹੀ ਗੱਲ ਕਹੀ ਸੀ, ਇਹ ਸੰਸਾਰ ਦੁੱਖਾਂ ਦਾ ਘਰ ਹੈ। ਇਹ ਸੰਸਾਰ ਦੁੱਖਾਂ ਦਾ ਘਰ ਹੈ। ਗੁਰੂ ਮਹਾਰਾਜ ਦੇ ਨਾਨਕ ਦੁਖੀਆ ਸਭ ਸੰਸਾਰ। ਕਿਸੇ ਦੇ ਮਨ 'ਚ ਆਦੇ ਕੋਈ ਸੁਖੀ ਨਹੀਂ, ਉਹ ਆਪ ਹੀ ਅਗਲੀ ਲਾਈਨ 'ਚ ਉੱਤਰ ਦਿੰਦੇ ਨੇ, ਸੋ ਸੁਖੀਆ ਜਿਸ ਨਾਮ ਆਧਾਰ। ਜਿਹਦੀ ਜ਼ਿੰਦਗੀ ਦਾ ਆਸਰਾ ਨਾਮ ਹੈ ਨਾ, ਬਸ ਉਹ ਸੁਖੀ ਹੈ, ਉਹ ਸੁਖੀ ਹੈ। ਇਸ ਲਈ ਚੌਥੇ ਪਾਤਸ਼ਾਹ ਕਹਿੰਦੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ। ਜਿਨ੍ਹਾਂ ਨੇ ਵੀ ਪਰਮਾਤਮਾ ਦਾ ਸਿਮਰਨ ਕੀਤਾ, ਉਹਨਾਂ ਨੂੰ ਸੁੱਖ ਦੀ ਪ੍ਰਾਪਤੀ ਹੋ ਗਈ। ਸਹਿਜੇ ਹੀ ਹਰ ਨਾਮ ਸਮਾਇਆ, ਅਤੇ ਸਹਿਜੇ ਹੀ ਉਹ ਹਰੀ ਦੇ ਨਾਮ ਵਿੱਚ ਲੀਨ ਹੋ ਗਏ। ਨਾਮ ਜਪਦੇ ਰਹੇ, ਨਾਲੇ ਸੁਖੀ ਹੋ ਗਏ, ਨਾਲੇ ਪਰਮਾਤਮਾ 'ਚ ਲੀਨ ਹੋ ਗਏ, ਪਰਮਾਤਮਾ ਨੂੰ ਮਿਲ ਗਏ। ਹੁਣ ਆਪਾਂ ਜੋ ਵੀ ਕਰਮ ਕਰਦੇ ਹਾਂ ਧਰਮ ਅਨੁਸਾਰ, ਉਹ ਧਰਮ ਰਾਜ ਦੇ ਰਜਿਸਟਰ 'ਚ ਲਿਖਿਆ ਜਾ ਰਿਹਾ, ਚੰਗਾ ਵੀ ਮੰਦਾ ਵੀ। ਜੋ ਵੀ ਮਨੁੱਖ ਕਰਮ ਕਰਦਾ, ਹਰ ਇੱਕ ਮਨੁੱਖ ਦਾ ਖਾਤਾ 'ਤੇ ਖੁੱਲ੍ਹਿਆ ਹੋਇਆ ਹੈ। ਜੋ ਵੀ ਚੰਗੇ ਕੰਮ ਕਰ ਉਹ ਵੀ ਲਿਖਿਆ ਜਾ ਰਿਹਾ, ਜੋ ਮੰਦੇ ਕੰਮ ਕਰ ਉਹ ਵੀ ਲਿਖਿਆ ਜਾ ਰਿਹਾ। ਹੁਣ ਚੌਥੇ ਪਾਤਸ਼ਾਹ ਕਹਿੰਦੇ, ਲੇਖਾ ਧਰਮ ਰਾਏ ਕੀ ਬਾਕੀ। ਧਰਮ ਰਾਜ ਨੇ ਸਾਡੇ ਵਿਰੁੱਧ ਬਕਾਇਆ ਕੱਢ ਦੇਣਾ, ਕਿਉਂ ਮਾੜੇ ਕੰਮ ਕੀਤੇ ਨੇ। ਜਿਵੇਂ ਆਪਾਂ ਕਿਤੇ ਕਰਜ਼ਾ ਦੇਣਾ ਵੇ, ਕੁਛ ਨਿਬੇੜ ਦੀਏ, ਤੇਰਾ ਪੈ ਇੰਨਾ ਜੇ ਬੈਲੈਂਸ ਰਹਿੰਦਾ, ਬਕਾਇਆ ਰਹਿੰਦਾ। ਹੁਣ ਧਰਮ ਰਾਜ ਨੇ ਕੱਢਦਾ ਬਕਾਇਆ, ਹੁਣ ਕੀਤਾ ਕੀ ਜਾਵੇ। ਚੌਥੇ ਪਾਤਸ਼ਾਹ ਕਹਿੰਦੇ, ਤੁਸੀਂ ਬਹੁਤ ਕੁਛ ਕਰ ਸਕਦੇ ਹੋ, ਹੌਸਲਾ ਨਹੀਂ ਛੱਡਣਾ। ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ ਕਿਰਖ ਹੈ। ਕਿਰਖਾਂ ਦਾ ਕਿਸੇ ਚੀਜ਼ ਨੂੰ ਜੜੋਂ ਪੁੱਟ ਦੇਣਾ। ਕਹਿੰਦੇ ਤੁਸੀਂ ਨਾਮ ਜਪੋ, ਧਰਮ ਰਾਜ ਦੇ ਉੱਥੇ ਨਾ ਲੇਖਾ ਹੀ ਮਿਟ ਜੂਗਾ ਤੁਹਾਡਾ, ਜੋ ਉਹਨੇ ਲਿਖਿਆ ਨਾ ਉਹ ਮਿਟ ਜਾਏਗਾ ਉੱਥੋਂ। ਜੋ ਤੁਸੀਂ ਜਾਓਗੇ ਤੁਹਾਡੇ ਵਿਰੁੱਧ ਕੁਛ ਵੀ ਨਹੀਂ, ਉੱਥੇ ਤੁਹਾਡੇ ਵਿਰੁੱਧ ਕੁਛ ਵੀ ਨਹੀਂ ਹੈ। ਕਹਿੰਦੇ ਜੋ ਹੋ ਗਿਆ। ਹੁਣ ਤਾਂ ਹੱਲ ਹਰ ਇੱਕ ਚੀਜ਼ ਦਾ ਹੁੰਦਾ ਹੈ। ਗੁਰੂ ਮੈਂ ਠੀਕ ਹੈ, ਜਦੋਂ ਮਨੁੱਖ ਨੂੰ ਸੋਝੀ ਆਈ ਵੀ ਉਹ ਮਾੜੇ ਕੰਮ ਨਹੀਂ ਕਰਨੇ ਚਾਹੀਦੇ, ਇਹਨੇ ਫੈਸਲਾ ਕਰ ਲਿਆ ਵੀ ਮੈਂ ਅੱਗੇ ਤੋਂ ਮਾੜਾ ਨਹੀਂ ਕਰਦਾ। ਹੁਣ ਜਿਹੜੇ ਪਹਿਲਾਂ ਹੋ ਗਏ ਨੇ ਉਹਦਾ ਕੀ ਕੀਤਾ ਜਾਵੇ। ਜੇ ਉਹ ਨਾ ਮਿਟੇ ਸਜ਼ਾ ਮਿਲੇਗੀ, ਫਿਰ ਜਮਦੂਤ ਸਜ਼ਾ ਦੇਣਗੇ। ਚੌਥੇ ਪਾਤਸ਼ਾਹ ਕਹਿੰਦੇ ਇੱਕੋ ਹੀ ਹੱਲ ਹੈ, ਨਾਮ ਜਪੀ ਜਾਓ, ਜਪੀ ਜਾਓ, ਜਪੀ ਜਾਓ, ਜਪੀ ਜਾਓ। ਉੱਥੇ ਤੁਹਾਡੇ ਵਿਰੁੱਧ ਜੋ ਲਿਖਿਆ ਉਹ ਮਿਟਦਾ ਜਾਵੇਗਾ ਆਪਣੇ ਆਪ ਹੀ। ਮੈਂ ਇੱਕ ਵਾਰੀ ਬੈਠਾ ਸੋਚਦਾ, ਮੈਂ ਕਮਾਲ ਹੈ ਯਾਰ, ਬੰਦਾ ਇੱਥੇ ਮਾਤ ਲੋਕ 'ਤੇ ਬੈਠਾ ਹੈ। ਪੰਚਮ ਪਾਤਸ਼ਾਹ ਕਹਿੰਦੇ ਵੀ ਧਰਮ ਰਾਜ ਇੰਨੀ ਦੂਰ ਹੈ, ਗਣੇ ਜਾਹੇ ਨਾ ਕੋਸਾ, ਵੀ ਉਹਦੇ ਮੀਲ ਕਿਲੋਮੀਟਰ ਗਿਣੇ ਨਹੀਂ ਜਾ ਸਕਦੇ, ਇੰਨੀ ਦੂਰ ਹੈ। ਬੰਦਾ ਇੱਥੇ ਬੈਠਾ ਨਾਮ ਜਪ ਜਪ ਕੇ ਉਹਦੇ ਰਜਿਸਟਰ 'ਚੋਂ ਆਪਣੇ ਵਿਰੁੱਧ ਜੋ ਲਿਖਿਆ ਕੱਟੀ ਜਾਂਦਾ। ਜਲ ਖਤਮ। ਕਿਆ ਨਾਮ 'ਚ ਤਾਕਤ ਹੈ। ਮੈਂ ਨਾਮ ਬਾਣੀ 'ਚ ਕਿੰਨੀ ਤਾਕਤ ਹੈ, ਪਤਾ ਨਹੀਂ ਕਿੰਨੀ ਦੂਰ ਹੈ। ਜਦੋਂ ਪੰਚਮ ਪਾਤਸ਼ਾਹ ਕਹਿੰਦੇ ਵੀ ਕਿਲੋਮੀਟਰ ਹੀ ਨਹੀਂ ਗਿਣੇ ਜਾਂਦੇ, ਇੰਨੀ ਦੂਰ ਧਰਮ ਰਾਜ ਹੈ। ਅਤੇ ਬੰਦਾ ਇੱਥੇ ਬੈਠਾ
ਬਾਣੀ ਪੜ੍ਹ ਕੇ ਨਾਮ ਜਪ ਜਪ ਕੇ ਧਰਮ ਰਾਜ ਨੇ ਜੋ ਵਿਰੁੱਧ ਲਿਖਿਆ ਹੋਇਆ ਹੈ ਵੀ ਇਹਨੇ ਆਹ ਮਾੜੇ ਕਰਮ ਕੀਤੇ, ਇੱਥੋਂ ਹੀ ਮਿਟਾਈ ਜਾਂਦਾ। ਹਾਂ, ਤਾਂ ਹੀ ਕਹਿੰਦੇ ਧਰਮ ਰਾਏ ਦਰ ਕਾਗਦ ਫਾਰੇ, ਜਾਂ ਨਾਨਕ ਲੇਖਾ ਸਮਝਾ। ਸਮਝਾ ਹੁੰਦਾ ਨਿਬੜ ਗਿਆ। ਧਰਮਰਾਜ ਨੇ ਧਰਮਰਾਜ ਦੇ ਕਾਗਜ਼ ਹੀ ਪੜ੍ਹ ਕੇ ਕਹਿੰਦੇ ਤੇਰਾ ਭਾਈ ਹਿਸਾਬ ਕਿਤਾਬ ਨਿਬੜ ਗਿਆ, ਹੁਣ ਤੇਰਾ ਕੋਈ ਹਿਸਾਬ ਕਿਤਾਬ ਨਹੀਂ। ਉਹ ਵਰਕ ਹੀ ਪੜ੍ਹ ਤਾ ਧਰਮਰਾਜ ਨੇ। ਇੰਨੀ ਤਾਕਤ ਹੈ ਨਾਮ ਬਾਣੀ ਦੇ ਵਿੱਚ, ਪਰ ਅਸੀਂ ਵਰਤੋਂ ਉਹਦੀ ਨਾ ਕਰਨ ਕਰਕੇ ਕਈ ਵਾਰੀ ਨਾ ਬੰਦੇ ਕੋਲ ਸਭ ਕੁਛ ਹੁੰਦਾ, ਜਾਂ ਤਾਂ ਉਹ ਵਰਤੋਂ ਕਰਦਾ ਨਹੀਂ, ਜਾਂ ਉਹਨੂੰ ਕਰਨੀ ਆਉਂਦੀ ਨਹੀਂ। ਮੇਰਾ ਭਰਾ ਮੈਨੂੰ ਕਹੇ ਤੂੰ ਸਭ ਕੁਝ ਨਵਾਂ ਪਾ ਲਿਆ, ਇਹ ਸੋਫੇ ਨਵੇਂ ਲੈ ਲਓ। ਮੈਂ ਜੀ ਚੰਗੇ ਭਲੇ ਨੇ, ਕੀ ਹੋਇਆ ਇਹਨਾਂ ਨੂੰ? ਕਹਿੰਦੇ ਨਹੀਂ ਹੁਣ ਨਹੀਂ ਸੋਹਣੇ ਲੱਗਦੇ। ਸਾਰਾ ਕੋਈ ਵਾਲਪੇਪਰ ਲੱਗ ਗਿਆ, ਹੇਠਾਂ ਫਰਸ਼ ਨਵਾਂ ਲੱਗ ਗਿਆ, ਸਭ ਕੁਝ ਕਿੰਨਾ ਸੋਹਣਾ ਹੋ ਗਿਆ ਸੋਫੇ ਦਾ। ਮੈਂ ਕਿਹਾ ਚਲ ਕੋਈ ਨਹੀਂ, ਅਜੇ ਚੰਗੇ ਭਲੇ ਨੇ। ਉਹਨੇ ਕਿਹਾ ਵੀ ਐ ਨਹੀਂ ਠੀਕ ਹੁੰਦੇ, ਇਹਨਾਂ ਮੰਨਣਾ ਨਹੀਂ ਹੈਗਾ। ਕਹਿੰਦੇ ਤੁਹਾਡੇ ਕੋਲ ਪੈਸੇ ਤਾਂ ਹੈਗੇ ਤਾਂ ਮੈਨੂੰ ਪਤਾ ਹੈ। ਕਹੇ ਜਦੋਂ ਤੁਸੀਂ ਮੇਰੀ ਲੜਕੀ ਦੇ ਵਿਆਹ 'ਤੇ ਮੈਨੂੰ 1 ਲੱਖ ਰੁਪਈਆ ਸ਼ਗਨ ਦੇ ਸਕਦੇ ਹੋ, ਇਹਦੇ ਵਿੱਚ ਤੁਹਾਡੇ ਕੋਲ ਪੈਸੇ ਤਾਂ ਹੈਗੇ, ਫਿਰ ਕਿਉਂ ਨਹੀਂ ਖਰਚ ਕਰਦੇ? ਨਾ ਹੁਣ ਹੋਰ ਗੱਲ ਹੈ, ਹੈਗੇ ਕਿਉਂ ਨਹੀਂ ਖਰਚ ਕਰਦੇ? ਮੈਂ ਚੱਲ ਯਾਰ ਮੈਂ ਨਵੇਂ ਲਾ ਦਿੰਦੇ। ਹੁਣ ਸਾਡੇ ਕੋਲ ਬਾਣੀ ਹੈ, ਸਾਡੇ ਕੋਲ ਨਾਮ ਹੈ। ਅਗਰ ਇਹਦੇ ਹੁੰਦਿਆਂ ਸੁਣਦਿਆਂ ਅਸੀਂ ਦੁਖੀ ਰਹੀਏ, ਫਿਰ ਸਾਨੂੰ ਕੌਣ ਸਿਆਣਾ ਕਹੇਗਾ? ਗਲਤ ਹੈ ਨਾ। ਇੱਕ ਤਾਂ ਜੀ ਹੱਲ ਨਹੀਂ ਸਾਡੇ ਕੋਲ ਹੈ ਜੀ, ਸਾਨੂੰ ਪਤਾ ਨਹੀਂ ਹੈ ਜੀ। ਗੁਰੂ ਮਹਾਰਾਜ ਦੱਸਦੇ ਰਹਿੰਦੇ ਨੇ ਜੀ, ਕਥਾਕਾਰ ਵੀ ਦੱਸਦੇ ਰਹਿੰਦੇ ਨੇ, ਮੈਂ ਵੀ ਦੱਸ ਰਿਹਾ ਕਿ ਭਾਈ ਦੁਖੀ ਰਹਿਣ ਦੀ ਕੀ ਲੋੜ ਹੈ, ਨਾਮ ਜਪੋ ਸੁਖੀ ਹੋ ਜਾਓ। ਹੁਣ ਤੱਕ ਜੇ ਜੋ ਮਾੜੇ ਕਰਮ ਹੋ ਗਏ ਅੱਗੇ ਤੋਂ ਮਾੜਾ ਕਰੋ ਨਾ, ਅਤੇ ਪਿਛਲਾ ਨੂੰ ਨਾਮ ਜਪ 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 ਕੇ ਮਿਟਾ ਲਓ। ਜਦੋਂ ਕਰਮ ਹੀ ਮਿਟ ਗਿਆ, ਉਹਦੀ ਸਜ਼ਾ ਆਪਣੇ ਆਪ ਹੀ ਖਤਮ ਹੋ ਗਈ। ਇਸ ਲਈ ਚੌਥੇ ਪਾਤਸ਼ਾਹ ਕਹਿੰਦੇ ਜਿੰਨੇ ਵੀ ਗੁਰੂ ਆਏ, ਪੀਰ ਪੈਗੰਬਰ ਰਿਸ਼ੀ ਮੁਨੀ ਹੈ, ਐਕਚੁਅਲੀ ਬੰਦੇ ਨੂੰ ਸੁਖੀ ਕਰਨ ਲਈ ਆਏ। ਜਿਨ੍ਹਾਂ ਮੰਨ ਲਿਆ ਉਹ ਸੁਖੀ ਹੋ ਗਏ, ਜਿਹੜੇ ਨਹੀਂ ਮੰਨਦੇ ਅੱਜ ਵੀ ਦੁਖੀ ਨੇ, ਪਹਿਲਾਂ ਵੀ ਦੁਖੀ ਸਨ, ਉਦੋਂ ਪਹਿਲਾਂ ਵੀ ਦੁਖੀ ਸਨ। ਸੋ ਭਾਈ ਜਿੰਨਾ ਸਮਾਂ ਮਿਲੇ, ਠੀਕ ਹੈ, ਅਸੀਂ ਸਿੱਖ ਧਰਮ ਨਾਲ ਸੰਬੰਧ ਰੱਖਦੇ ਹਾਂ। ਸਾਨੂੰ ਗੁਰੂ ਮਹਾਰਾਜ ਕਿਹਾ ਭਾਈ ਤੁਸੀਂ ਗ੍ਰਸਤੀ ਹੋ, ਅਤੇ ਗ੍ਰਸਤੀ ਨੇ ਭਾਈ ਜਿਹੜਾ ਕਿਰਤ ਕਰਨੀ ਹੈ, ਆਪਣਾ ਪਰਿਵਾਰ ਪਾਲਣਾ। ਅਸੀਂ ਕਿਰਤ ਕਰਕੇ ਆਪਣਾ ਪਰਿਵਾਰ ਪਾਲਣਾ ਹੈ। ਬਾਕੀ ਜਿੰਨਾ ਸਮਾਂ ਮਿਲੇ ਉਹ 'ਚ ਵੱਧ ਤੋਂ ਵੱਧ ਭਜਨ ਬੰਦਗੀ ਕਰਕੇ, ਕਿਰਤ ਨੇ ਸਾਨੂੰ ਆਰਥਿਕ ਤੌਰ 'ਤੇ ਸੁਖੀ ਕਰਨਾ, ਨਾਮ ਨੇ ਸਾਨੂੰ ਮਾਨਸਿਕ ਤੌਰ 'ਤੇ ਸੁਖੀ ਕਰਨਾ। ਜਿਹੜਾ ਪੈਸਾ ਹੈ ਇਹ ਸਰੀਰ ਨੂੰ ਸੁੱਖ ਦਿੰਦਾ ਹੈ, ਜਿਹੜਾ ਨਾਮ ਹੈ ਇਹ ਮਨ ਨੂੰ ਸੁੱਖ ਦਿੰਦਾ ਹੈ। ਜਦੋਂ ਅਸੀਂ ਸਰੀਰਕ ਤੌਰ 'ਤੇ ਵੀ ਸੁਖੀ ਹੋ ਗਏ ਅਤੇ ਮਾਨਸਿਕ ਤੌਰ 'ਤੇ ਵੀ ਸੁਖੀ ਹੋ ਗਏ, ਅਸਲ ਸੁਖੀ ਉਹਦੇ ਹਾਂ ਅਸੀਂ। ਇਹ ਦੋਨੋਂ ਕੰਮ ਕਰਨੇ ਪੈਣਗੇ। ਮਾਇਆ ਵੀ ਕਮਾਉਣੀ ਪੈਗੀ, ਪਰ ਉਹ ਕਿਰਤ ਕਰਕੇ ਕਮਾਉਣੀ, ਹੇਰਾ ਫੇਰੀ ਠੱਗੀ ਠੋਰੀ ਨਾਲ ਨਹੀਂ। ਦਸਾਂ ਨੂੰ ਦੀ ਕਿਰਤ ਕਰਕੇ ਮਾਇਆ ਕਮਾਉਣੀ ਹੈ, ਉਹਦੇ ਨਾਲ ਆਪਣਾ ਵਧੀਆ ਤਰੀਕੇ ਨਾਲ ਰਹਿਣਾ, ਖਾਣਾ ਪੀਣਾ, ਆਪਣਾ ਪਰਿਵਾਰ ਪਾਲਣਾ। ਬਾਕੀ ਨਾਮ ਜਪ ਕੇ ਮਨ ਕਰਕੇ ਸੁਖੀ ਹੋਣਾ। ਜਦ ਤਨ ਕਰਕੇ ਅਤੇ ਮਨ ਕਰਕੇ ਸੁਖੀ ਹੋ ਗਏ, ਅਸਲ 'ਚ ਉਹਦੇ ਅਸੀਂ ਸੁਖੀ ਹੋਵਾਂਗੇ। ਅਤੇ ਚੌਥੇ ਪਾਤਸ਼ਾਹ ਇਹੀ ਸਾਨੂੰ ਢੰਗ ਦੱਸਦੇ ਨੇ ਕਿ ਭਾਈ ਨਾਮ ਜਪੋ, ਇਸੇ 'ਚ ਸਾਰੇ ਸੁੱਖ ਹਨ। ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।